ਮੈਨੂੰ ਸਿੱਧੂ ਸਾਹਿਬ ਦੇ ਅਸਤੀਫੇ ਦੇ ਵਿੱਚ ਮੈਂ ਗਲਤ ਸਹੀ ਦੇ ਚੱਕਰ 'ਚ ਨਹੀਂ ਪੈਂਦਾ। ਮੈਂ ਕਹਿੰਦਾ ਕਿ ਮੈਨੂੰ ਹੈਰਾਨੀ ਨਹੀਂ ਹੋਈ। ਰੈਦਰ ਜੇ ਸਿੱਧੂ ਸਾਹਿਬ ਨਾ ਅਸਤੀਫਾ ਦਿੰਦੇ ਮੈਨੂੰ ਜ਼ਰੂਰ ਹੈਰਾਨੀ ਹੁੰਦੀ। ਤਾਂ ਮੈਂ ਚਾਰੇ ਪਾਰਟੀਆਂ ਦੇ ਬਾਰੇ ਇੱਕ ਚੀਜ਼ ਤੁਹਾਨੂੰ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ ਨੂੰ ਪੰਜਾਬ ਦੇ ਅਸਲੀ ਮੁੱਦੇ ਹੀ ਨਹੀਂ ਪਤਾ। ਉਹਨਾਂ ਦਾ ਧਿਆਨ ਨਹੀਂ ਅਸਲੀ ਮੁੱਦਿਆਂ ਵੱਲ। ਬਲਕਿ 300 ਯੂਨਿਟ ਬਿਜਲੀ ਫ੍ਰੀ ਕਰ ਦੇਣੀ, 200 ਯੂਨਿਟ ਫ੍ਰੀ ਕਰ ਦੇਣੀ, ਸ਼ਗਮ ਸਕੀਮ, ਇਹ ਉਹ ਆਟਾ ਦਾਲ, ਇਹ ਸਾਰੀਆਂ ਪੰਜਾਬ ਦੀਆਂ ਮੁਸ਼ਕਲਾਂ ਨਹੀਂ ਹੈ। ਇਸ ਵੇਲੇ ਪੰਜਾਬ ਦੇ ਸਿਰ ਦੇ ਉੱਪਰ 2.5 ਲੱਖ ਕਰੋੜ ਦੇ ਕਰੀਬ ਕਰਜ਼ਾ ਹੈ ਤੇ ਜੇ ਇਦਾਂ ਹੀ ਸਥਿਤੀ ਜਾਰੀ ਰਹੀ ਤਾਂ ਕਹਿੰਦਾ 24-25 ਤੱਕ ਅਸੀਂ ਘੱਟੋ ਘੱਟ ਪੌਣੇ 4 ਲੱਖ ਕਰੋੜ ਦੇ ਥੱਲੇ ਹੋਵਾਂਗੇ। ਔਰ ਅਸੀਂ ਫ੍ਰੀ ਦੀਆਂ ਸਕੀਮਾਂ ਦੇ ਕੇ ਇਹੋ ਜਿਹਾ ਕਲਚਰ ਡਿਵੈਲਪ ਕਰ ਲਿਆ ਕਿ ਲੋਕ ਕਹਿੰਦੇ ਨੇ ਕਿ ਵੋਟਾਂ ਤਾਂ ਦੇਵਾਂਗੇ, ਸਾਨੂੰ ਫ੍ਰੀ ਦੱਸੋ ਕੀ ਦਿੰਦੇ ਹੋ। ਦੇਖੋ, ਮੇਰੇ ਵਰਗੇ ਬੋਲਣ ਵਾਲੇ ਬੰਦੇ ਨਹੀਂ ਚਾਹੀਦੇ, ਸੁਸਾਇਟੀ ਨੂੰ ਚਾਹੀਦੇ ਆ ਕਰਮਸ਼ੀਲ ਬੰਦੇ। ਕਿਸਾਨ ਜਥੇਬੰਦੀਆਂ ਨੇ ਪਿਛਲੇ 10 ਮਹੀਨਿਆਂ ਦੇ ਵਿੱਚ ਪੰਜਾਬ ਦੀ ਇੱਕ ਜਨਰੇਸ਼ਨ ਨੂੰ ਜਿੰਨਾ ਚੇਤਨ ਕਰਤਾ, ਜਿੰਨਾ ਸੂਝਵਾਨ ਬਣਾਤਾ, ਮੈਂ ਕਹਿੰਦਾ ਮੇਰੇ ਵਰਗੇ 500 ਬੁੱਧੀਜੀਵੀ ਰਲ ਕੇ 10 ਸਾਲਾਂ ਵਿੱਚ ਨਹੀਂ ਸੀ ਬਣਾ ਸਕਦੇ। ਤਾਂ ਹੁਣ ਪ੍ਰੋਬਲਮ ਤਾਂ ਇਹ ਹੈ ਕਿ ਪੰਜਾਬ ਦੀ ਮਾਲੀ ਹਾਲਤ ਇੰਨੀ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਇੱਥੇ ਕੋਈ ਡਿਵੈਲਪਮੈਂਟ ਹੋ ਹੀ ਨਹੀਂ ਸਕਦੀ, ਕੋਈ ਸੋਸ਼ਲ ਸਕੀਮ ਨਹੀਂ ਚੱਲ ਸਕਦੀ, ਯੂਥ ਦਾ ਵਿਕਾਸ ਨਹੀਂ ਹੋ ਸਕਦਾ, ਪੜ੍ਹਨ ਲਿਖਣ ਦੀ ਗੱਲ ਨਹੀਂ ਹੋ ਸਕਦੀ। ਜੇ ਮੇਰੇ ਵਰਗਾ ਕੋਈ ਬੋਲਦਾ ਉਹਨੂੰ ਪੋਲੀਟੀਕਲ ਲੋਕ ਕਹਿੰਦੇ ਤੇਰੇ ਤੇ ਪਰਚੇ ਪਾ ਦੇਣਗੇ, ਚੁੱਪ ਕਰ ਜਾ, ਤੂੰ ਬੋਲਣਾ, ਤੇਰਾ ਇਹ ਕਰ ਦੇਣਗੇ, ਉਹ ਕਰ ਦੇਣਗੇ। ਔਰ ਨਵਜੋਤ ਸਿੰਘ ਸਿੱਧੂ ਨੂੰ ਇਹੀ ਹੈ ਕਿ ਉਹਨਾਂ ਨੇ ਠੀਕ ਕੀਤਾ। ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਦੋਂ ਉਹਨਾਂ ਦੀ ਗੱਲ ਸੁਣੀ ਨਹੀਂ ਸੀ ਜਾ ਰਹੀ ਔਰ ਜੇ ਉਹੀ ਬੰਦੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲਗਾ ਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਕੁਰਸੀ ਤੋਂ ਲਾਇਆ, ਜੇ ਉਹੀ ਬੰਦੇ ਦੁਬਾਰਾ ਆ ਗਏ ਤਾਂ ਫਿਰ ਕੀ ਖੱਟਿਆ ਉਹਨਾਂ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਅਤੇ ਮੁਲਕ ਪੱਧਰ ਤੇ ਸਿਆਸਤ ਗਰਮਾਈ ਹੋਈ ਹੈ। ਕਾਫੀ ਹਲਚਲ ਮੱਚੀ ਹੋਈ ਹੈ ਸਿਆਸਤ ਵਿੱਚ। ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਲ ਦੀ ਘੜੀ ਅਹੁਦੇ ਤੋਂ ਅਲੱਗਾ ਹੋ ਗਏ ਹਨ। ਕਹਿਣ ਨੂੰ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ, ਹਾਲੇ ਤੱਕ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਤੇ ਉਹਨਾਂ ਨੂੰ ਮਨਾਉਣ ਦੇ ਪਾਰਟੀ ਵੱਲੋਂ ਯਤਨ ਜਾਰੀ ਹਨ। ਕੌਮੀ ਪੱਧਰ ਤੇ ਹਾਲਾਤ ਇਹ ਹਨ ਕਿ ਫਾਇਰ ਬ੍ਰਾਂਡ ਵਿਦਿਆਰਥੀ ਨੇਤਾ ਰਿਹਾ ਜਿਸ ਨੂੰ ਜੇਲ੍ਹ ਵੀ ਕੱਟਣੀ ਪਈ, ਕਨ੍ਹਈਆ ਕੁਮਾਰ, ਅਤੇ ਦਲਿਤ ਰਾਜਨੀਤੀ ਵਿੱਚ ਇੱਕ ਵੱਡਾ ਹਸਤਾਖਰ ਬਣ ਕੇ ਉੱਭਰੇ ਤੇ ਉਹ ਵੀ ਗੁਜਰਾਤ ਦੀ ਰਾਜਨੀਤੀ ਵਿੱਚੋਂ ਉੱਭਰੇ ਜਿਗਨੇਸ਼ ਮੇਵਾਨੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸੋ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਕਾਂਗਰਸ ਵਿੱਚ ਹੀ ਸਾਰੀ ਹਲਚਲ ਮਚ ਰਹੀ ਹੈ, ਪਰ ਪੰਜਾਬ ਲਈ ਕਿਉਂਕਿ ਆਪਣੀ ਪੰਜਾਬ ਦੀ ਹੋਣੀ ਦਾ ਫਿਕਰ ਹੈ ਸਾਰਿਆਂ ਨੂੰ, ਤੇ ਇਸ ਤਰ੍ਹਾਂ ਆਪਾਂ ਪੰਜਾਬ ਬਾਰੇ ਵੱਧ ਫੋਕਸ ਕਰਾਂਗੇ। ਇੱਥੇ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਸਿਆਸਤ ਵਿੱਚ ਕੀ ਤਬਦੀਲੀ ਆ ਸਕਦੀ ਹੈ ਨਵਜੋਤ ਸਿੱਧੂ ਦੀ ਇਹੋ ਜਿਹੀ ਕਾਰਵਾਈ ਨਾਲ। ਤੇ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਹੋਰਾਂ ਨਾਲ। ਰੰਗਕਰਮੀ ਨੇ, ਫਿਲਮਸਾਜ਼ ਨੇ ਅਤੇ ਟਿੱਪਣੀਕਾਰ ਨੇ। ਹਰ ਘਟਨਾ ਤੇ ਉਹ ਪੂਰੀ ਪੈਨੀ ਨਜ਼ਰ ਰੱਖਦੇ ਨੇ। ਸਥਿਤੀਆਂ ਕਿਹੋ ਜਿਹੇ ਹਾਲਾਤ ਲੈ ਰਹੀਆਂ ਨੇ ਸਿਆਸੀ ਅਤੇ ਸਮਾਜਿਕ, ਉਹ ਇਹਦੇ ਤੇ ਟਿੱਪਣੀਆਂ ਵੀ ਕਰਦੇ ਨੇ ਬੇਬਾਕ ਹੋ ਕੇ ਅਤੇ ਇੱਕ ਆਪਣਾ ਨਜ਼ਰੀਆ ਵੀ ਰੱਖਦੇ ਹਨ। ਪਾਲੀ ਭੁਪਿੰਦਰ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਦਵਿੰਦਰ, ਬਹੁਤ ਬਹੁਤ ਮਿਹਰਬਾਨੀ, ਤੁਹਾਡੇ ਟੀਵੀ ਚੈਨਲ ਦਾ ਸ਼ੁਕਰੀਆ। ਤੁਸੀਂ ਮੇਰੀ ਗੱਲ ਜਿਹੜੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹੋ। ਡਾਕਟਰ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਕੱਲ ਕਾਂਗਰਸ ਦੇ ਪ੍ਰਧਾਨ ਵਜੋਂ ਉਹ ਅਹੁਦੇ ਨਾਲੋਂ ਅਲੱਗ ਹੋ ਗਏ ਨਵਜੋਤ ਸਿੱਧੂ ਤੇ ਅਸਤੀਫਾ ਉਹਨਾਂ ਦਾ ਪ੍ਰਵਾਨ ਨਹੀਂ ਹੋਇਆ, ਜਿਸ ਤਰ੍ਹਾਂ ਦੀ ਪੰਜਾਬ ਦੀ ਸਿਆਸਤ ਪਿਛਲੇ ਦਿਨਾਂ ਤੋਂ ਬਹੁਤ ਤੇਜ਼ੀ ਨਾਲ ਇਹਦੇ ਵਿੱਚ ਹਿਲਜੁਲ ਹੋ ਰਹੀ ਸੀ, ਬਹੁਤ ਤਰਥੱਲੀ ਮਚੀ ਹੋਈ ਸੀ ਇੱਕ ਤਰ੍ਹਾਂ ਦੀ, ਤੇ ਪੰਜਾਬ 'ਚ ਇੱਕ ਕ੍ਰਾਂਤੀਕਾਰੀ ਤਬਦੀਲੀ ਵੀ ਆਈ ਕਾਂਗਰਸ ਵਿੱਚ ਕਿ ਮੁੱਖ ਮੰਤਰੀ ਸਾਡਾ ਦਲਿਤ ਲੈ ਆਂਦਾ, ਤੇ ਤੁਸੀਂ ਇਸ ਅਸਤੀਫੇ ਤੋਂ ਮਗਰੋਂ ਦੀ ਸਥਿਤੀ ਉਹਨਾਂ ਨੇ ਸਮੇਟ ਲੈਣੀ ਹੈ। ਕਿਸੇ ਨਾ ਕਿਸੇ ਤਰ੍ਹਾਂ ਸਥਿਤੀ ਕਿਸੇ ਦਿਸ਼ਾ 'ਚ ਤਾਂ ਜਾਏਗੀ। ਤੁਸੀਂ ਕੀ ਸੋਚਦੇ ਹੋ ਕਾਂਗਰਸ ਸਮੇਤ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਇਹਦਾ ਕੀ ਅਸਰ ਪੈਂਦਾ ਤੇ ਉਹ ਕੀ ਸੋਚ ਰਹੇ ਹੋਣਗੇ ਵੱਖ-ਵੱਖ ਪਾਰਟੀਆਂ ਦੇ ਆਗੂ? ਮੈਨੂੰ ਇੱਦਾਂ ਲੱਗਦਾ ਦਵਿੰਦਰ ਕਿ ਜਿਹੜੀ ਭੰਨ ਤੋੜ ਹੋ ਰਹੀ ਹੈ ਜਾਂ ਜਿਹੜੀ ਆਪਾਂ ਕਹੀਏ ਕਿ ਸਨਸਨੀ ਫੈਲੀ ਹੋਈ ਹੈ, ਉਹ ਇਕੱਲੀ ਕਾਂਗਰਸ 'ਚ ਫੈਲੀ ਹੋਈ ਹੈ। ਭਾਜਪਾ ਤਾਂ ਬਿਲਕੁਲ ਚੁੱਪ ਹੀ ਹੈ। ਕਾਫੀ ਦਿਨਾਂ ਤੋਂ ਆਪਾਂ ਦੇਖੀਏ ਉਹ ਖਬਰਾਂ ਵਿੱਚ ਵੀ ਨਹੀਂ ਹੈ ਕਿਤੇ, ਮੈਨੂੰ ਲੱਗਦਾ ਉਸ ਚੀਜ਼ ਨੂੰ ਵਾਚ ਕਰ ਰਹੇ ਹੈ। ਅਕਾਲੀ ਦਲ ਜ਼ਰੂਰ ਮਾੜੀ ਮੋਟੀ ਟਿੱਪਣੀ ਕਰਦੇ ਨੇ, ਇਸੇ ਤਰੀਕੇ ਨਾਲ ਆਪ ਵਾਲੇ ਨੇ ਉਹ ਵੀ ਮੈਨੂੰ ਲੱਗਦਾ ਅੰਦਰ ਦੀ ਖਿੱਚੋਤਾਣ ਦੇ ਸ਼ਿਕਾਰ ਹੋ ਚੁੱਕੇ ਨੇ। ਤਾਂ ਲੈ ਦੇ ਕੇ ਜੋ ਕੁਝ ਵੀ ਵਾਪਰ ਤਾਂ ਸਿਰਫ ਕਾਂਗਰਸ ਦੇ ਵਿੱਚ ਹੀ ਰਿਹਾ। ਹਾਂ, ਇਹ ਸਵਾਲ ਜ਼ਰੂਰ ਮਹੱਤਵਪੂਰਨ ਹੈ ਕਿ ਕਾਂਗਰਸ ਦੀ ਇਸ ਜਿਹੜੀ ਖਿੱਚੋਤਾਣ ਦਾ ਪੰਜਾਬ ਦੀ ਸਿਆਸਤ ਉੱਪਰ ਕੋਈ ਫਰਕ ਪਏਗਾ ਕਿ ਨਹੀਂ ਪਏਗਾ। ਆਫ ਕੋਰਸ ਪਏਗਾ। ਨਹੀਂ, ਮੇਰਾ ਇਹ ਮੰਨਣਾ ਕਿ ਬਾਗੀਆਂ ਤਾਂ ਪਾ ਰਹੇ ਹੋਣਗੇ ਨਾ ਜਿਹੜੇ ਨਵਜੋਤ ਸਿੱਧੂ ਦੀ ਆਮਦ ਤੋਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੀ ਸਿਆਸੀ ਗਰਾਊਂਡ ਹੈ ਜਿਹੜੀ ਸਾਡੇ ਹੱਥੋਂ ਨਿਕਲ ਸਕਦੀ ਹੈ, ਤੇ ਉਹ ਤੇ ਬਾਗੀਆਂ ਪਾ ਰਹੇ ਹੋਣਗੇ। ਤੇ ਤੁਹਾਨੂੰ ਪਤਾ ਹੈ ਮੈਂ ਕਿਹਨਾਂ ਨੂੰ ਕਹਿ ਰਹੀ ਹਾਂ? ਮੈਨੂੰ ਨਹੀਂ ਲੱਗਦਾ ਕਿ ਸਿੱਧੂ ਸਾਹਿਬ ਦਾ ਜਿਹੜਾ ਅਸਤੀਫਾ ਸਵੀਕਾਰ ਹੋਊਗਾ। ਜੇ ਹੋਊਗਾ ਤਾਂ ਕਾਂਗਰਸ ਜਿਹੜੀ ਹੈ ਮੈਨੂੰ ਲੱਗਦਾ ਕਿ ਕਾਫੀ ਨੁਕਸਾਨ ਝੱਲੂਗੀ। ਦੇਖੋ, ਸਿੱਧੂ ਸਾਹਿਬ ਦਾ ਜਿਹੜਾ ਅਸਤੀਫਾ ਹੈ, ਸਭ ਤੋਂ ਪਹਿਲਾਂ ਕੱਲ ਮੈਂ ਉਹਦੀ ਸਪੋਰਟ ਕਰਨੀ ਸ਼ੁਰੂ ਕੀਤੀ ਸੀਗੀ। ਮੈਨੂੰ ਸਿੱਧੂ ਸਾਹਿਬ ਦੇ ਅਸਤੀਫੇ ਦੇ ਵਿੱਚ
ਮੈਂ ਗਲਤ ਸਹੀ ਦੇ ਚੱਕਰ 'ਚ ਨਹੀਂ ਪੈਂਦਾ, ਮੈਂ ਕਹਿੰਦਾ ਕਿ ਮੈਨੂੰ ਹੈਰਾਨੀ ਨਹੀਂ ਹੋਈ। ਰੈਦਰ ਜੇ ਸਿੱਧੂ ਸਾਹਿਬ ਨਾ ਅਸਤੀਫਾ ਦਿੰਦੇ ਮੈਨੂੰ ਜ਼ਰੂਰ ਹੈਰਾਨੀ ਹੁੰਦੀ, ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਨੇ ਐਡੀ ਵੱਡੀ ਹਲਚਲ ਪੈਦਾ ਕੀਤੀ ਹੈ ਕਿ ਉਹਨਾਂ ਨੇ ਇੱਕ ਮੁੱਖ ਮੰਤਰੀ ਦੀ ਬਲੀ ਲੈ ਲਈ, ਆਪਾਂ ਇਹੀ ਕਵਾਂਗੇ। ਆਪਾਂ ਨੂੰ ਇਸ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕੁਰਸੀ ਛੱਡਣੀ ਪਈ ਤਾਂ ਇਹਦੇ ਪਿੱਛੇ ਜਿਹੜੀ ਸਿੱਧੂ ਹੋਰਾਂ ਨੇ ਮੂਵਮੈਂਟ ਚਲਾਈ ਉਹ ਸੀ। ਹੁਣ ਐਡੀ ਵੱਡੀ ਮੂਵਮੈਂਟ ਚਲਾਈ, ਕਿਹੜੇ 5-6 ਨੁਕਤੇ ਕਹਿ ਕੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਭ੍ਰਿਸ਼ਟਾਚਾਰ ਚੱਲ ਰਿਹਾ, 25-75 ਦੀ ਰਾਜਨੀਤੀ ਚੱਲ ਰਹੀ ਹੈ, ਖਾਣ ਪੀਣ ਚੱਲ ਰਿਹਾ, ਔਰ ਉਹਦੇ ਵਿੱਚ ਡਰੱਗਸ ਦਾ ਉਹਨਾਂ ਨੇ ਇਸ਼ੂ ਚੱਕਿਆ, ਬੇਅਦਬੀ ਦਾ ਇਸ਼ੂ ਚੱਕਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਤਾਂ ਇਹੋ ਜਿਹੇ ਇਸ਼ੂ ਚੱਕ ਕੇ ਉਹ ਮਤਲਬ ਕਿ ਕੈਪਟਨ ਸਾਹਿਬ ਨੂੰ ਗੱਦੀ ਤੋਂ ਲਾਹੁੰਦੇ ਆ। ਲੇਕਿਨ ਜਦੋਂ ਮੰਤਰੀ ਮੰਡਲ ਬਣਦਾ ਤੇ ਉਹਦੇ ਵਿੱਚ ਫਿਰ ਉਹੀ ਚਿਹਰੇ ਨੇ ਜਿਨ੍ਹਾਂ ਉੱਪਰ ਸਿੱਧੂ ਸਾਹਿਬ ਨੂੰ ਇਤਰਾਜ਼ ਹੈ। ਠੀਕ ਹੈ, ਅਸੀਂ ਦੇਖਿਆ ਜਾਵੇ ਤਾਂ ਰਾਣਾ ਗੁਰਜੀਤ ਹੋਰਾਂ ਉੱਪਰ ਨਾ ਸਿਰਫ ਇਲਜ਼ਾਮ ਲੱਗਿਆ ਸੀ ਬਲਕਿ ਉਹ ਕਿਸੇ ਹੱਦ ਤੱਕ ਪ੍ਰੂਵ ਵੀ ਹੋ ਚੁੱਕਿਆ ਸੀ, ਉਹਨਾਂ ਨੂੰ ਕਲੀਨ ਚਿੱਟ ਨਹੀਂ ਮਿਲੀ। ਔਰ ਇਸੇ ਤਰੀਕੇ ਦੇ ਨਾਲ ਹੋਰ ਵੀ ਕੁਝ ਜਿਹੜੇ ਲੋਕ ਸਨ ਉਹ ਸਿੱਧੂ ਸਾਹਿਬ ਨੂੰ ਸਵੀਕਾਰ ਨਹੀਂ ਸੀ। ਲੇਕਿਨ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ, ਜਿਵੇਂ ਉਹਨਾਂ ਨੇ ਅੱਜ ਇੱਕ ਵੀਡੀਓ ਵਿੱਚ ਵੀ ਕਿਹਾ, ਸਭ ਤੋਂ ਵੱਡੀ ਜਿਹੜੀ ਖਤਰਨਾਕ ਚੀਜ਼ ਸਿੱਧੂ ਸਾਹਿਬ ਦੇ ਲਈ ਸੀ ਉਹ ਸੀ ਦਿਓਲ ਸਾਹਿਬ ਨੂੰ ਮਤਲਬ ਕਿ ਐਡਵੋਕੇਟ ਜਨਰਲ ਲਾਣਾ, ਅਮਰਪ੍ਰੀਤ ਸਿੰਘ ਦਿਓਲ ਹੋਰਾਂ ਨੂੰ। ਹਾਂਜੀ, ਔਰ ਸਹੋਤਾ ਸਾਹਿਬ ਨੂੰ ਜਿਹੜੇ ਕਿ ਇਕਬਾਲਪ੍ਰੀਤ ਸਿੰਘ ਸਹੋਤਾ ਨੇ, ਉਹਨਾਂ ਨੂੰ ਪੰਜਾਬ ਦਾ ਚਾਰਜ ਦੇ ਦੇਣਾ ਪੁਲਿਸ ਦਾ, ਜਦੋਂ ਕਿ ਅਸੀਂ ਜਾਣਦੇ ਹਾਂ ਕਿ ਸਹੋਤਾ ਸਾਹਿਬ ਅਕਾਲੀ ਦਲ ਦੇ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਨੇ। ਉਹਨਾਂ ਨੂੰ ਕਲੀਨ ਚਿੱਟ ਉਹਨਾਂ ਨੇ ਸਿੱਟ ਬਣਾ ਕੇ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਉੱਪਰ ਸਿੱਖ ਜਥੇਬੰਦੀਆਂ ਸ਼ਰੇਆਮ ਇਹ ਇਲਜ਼ਾਮ ਲਗਾਉਂਦੀਆਂ ਨੇ ਕਿ ਜਿਹੜੇ ਬਰਗਾੜੀ ਕਾਂਡ ਦੇ ਵਿੱਚ 2 ਮੁੰਡੇ ਕੁੱਟੇ ਗਏ ਜਿਨ੍ਹਾਂ ਦੇ ਕਾਫੀ ਨੁਕਸਾਨ ਹੋਇਆ, ਉਹ ਉਹਨਾਂ ਨੇ ਆਪਣੀ ਹਾਜ਼ਰੀ 'ਚ ਕਟਵਾਏ ਔਰ ਸਾਰੇ ਦੇ ਸਾਰੇ ਕਾਂਡ ਨੂੰ ਸਿੱਖਾਂ ਦੇ ਪੇਟੇ ਪਾਉਣ ਦੀ ਕੋਸ਼ਿਸ਼ ਕੀਤੀ। ਤਾਂ ਜਿਹੜੇ ਦਿਓਲ ਸਾਹਿਬ ਨੇ ਉਹ ਸੁਮੇਧ ਸੈਣੀ ਦੇ ਵਕੀਲ ਨੇ, ਔਰ ਬੇਅਦਬੀ ਕਾਂਡ ਦੇ ਵਿੱਚ ਜਿਵੇਂ ਉਹ ਕੇਸ ਖਤਮ ਕੀਤਾ ਗਿਆ ਉਹ ਸਿੱਖਾਂ ਨੂੰ ਬਹੁਤ ਵੱਡਾ ਇੱਕ ਸ਼ੌਕ ਸਦਮਾ ਸੀ। ਤੇ ਹੁਣ ਉਹਨਾਂ 2 ਬੰਦਿਆਂ ਨੂੰ ਮਤਲਬ ਕਿ ਜਦੋਂ ਦੁਬਾਰਾ ਲਾ ਲਿਆ ਤੇ ਜਿੱਥੋਂ ਉੱਥੋਂ ਸਿੱਧੂ ਨੂੰ ਇੱਕ ਮੈਸੇਜ ਗਿਆ ਕਿ ਕੁਝ ਵੀ ਨਹੀਂ ਬਦਲਿਆ, ਉਹਨੂੰ ਬਹੁਤ ਵੱਡਾ ਸਦਮਾ ਲੱਗਿਆ ਹੋਊਗਾ। ਜੇ ਮੈਂ ਉਹਨਾਂ ਦੀ ਥਾਂ ਤੇ ਖੜ ਕੇ ਸੋਚਾਂ, ਮੇਰਾ ਸਵਾਲ ਹੈ ਕਿ ਕਿਸੇ ਵੀ ਈਵਨ ਜੇ ਪੰਜਾਬ ਦੀਆਂ ਜਿਹੜੀਆਂ ਮੁੱਖ ਸਿਆਸੀ ਧਿਰਾਂ ਨੇ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ, ਤੇ ਆਪ ਦੀ ਤਾਂ ਹਾਲੇ ਸਥਾਪਤੀ ਦੇ ਨਾਲ ਹੀ ਉਹਦੀ ਟੁੱਟ ਭੱਜ ਸ਼ੁਰੂ ਹੋ ਚੁੱਕੀ ਹੈ, ਹਾਲੇ ਉਵੇਂ ਸਥਾਪਿਤ ਨਹੀਂ ਹੋਈ ਆਮ ਆਦਮੀ ਪਾਰਟੀ, ਹੈ ਨਾ, ਤੁਸੀਂ ਆਪ ਵੀ ਜਾਣਦੇ ਹੋ। ਤੇ ਕੀ ਤਾਂ ਵੀ ਅਸੀਂ ਜੇ ਆਮ ਆਦਮੀ ਪਾਰਟੀ ਨੂੰ ਗਿਣ ਲਈਏ ਤਾਂ ਇਹਨਾਂ ਤਿੰਨਾਂ ਸਿਆਸੀ ਪਾਰਟੀਆਂ ਵਿੱਚ ਰਹਿ ਕੇ ਕੀ ਆਪਾਂ ਪੰਜਾਬ ਸਿੰਘ ਦੇ ਭਲੇ ਦੀ ਆਸ ਰੱਖ ਸਕਦੇ ਹਾਂ? ਪੰਜਾਬ ਦੀ ਕਿਸੇ ਵੀ ਤਰ੍ਹਾਂ ਭਲਾ ਹੋ ਸਕਦਾ ਜੇ ਇਹ ਦੋਨੋਂ ਧਿਰਾਂ ਵੱਡੀਆਂ ਮੇਜਰ ਪਲੇਅਰਸ ਨੇ ਜਿਹੜੀਆਂ ਅਕਾਲੀ ਤੇ ਕਾਂਗਰਸ, ਜੇ ਇਹ ਭਲੇ ਹੁੰਦੇ ਤਾਂ ਪੰਜਾਬ ਦਾ ਇਹ ਹਾਲ ਹੁੰਦਾ? ਦੇਖੋ, ਜੇ ਆਪਾਂ ਲੀਡਰਾਂ ਦੀ ਗੱਲ ਪਾਸੇ ਰੱਖ ਦਈਏ, ਸਿੱਧੂ ਸਾਹਿਬ ਦੀ ਗੱਲ ਪਾਸੇ ਰੱਖ ਦਈਏ ਜਾਂ ਬਾਕੀ ਲੀਡਰਾਂ ਦੀ ਗੱਲ ਪਾਸੇ ਰੱਖ ਦਈਏ, ਤਾਂ ਮੈਂ ਚਾਰੇ ਪਾਰਟੀਆਂ ਦੇ ਬਾਰੇ ਇੱਕ ਚੀਜ਼ ਤੁਹਾਨੂੰ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ ਨੂੰ ਪੰਜਾਬ ਦੇ ਅਸਲੀ ਮੁੱਦੇ ਹੀ ਨਹੀਂ ਪਤਾ। ਠੀਕ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੀ ਬੇਸਿਕਲੀ ਪ੍ਰੋਬਲਮ ਹੈ ਕੀ। ਉਹਨਾਂ ਦਾ ਧਿਆਨ ਨਹੀਂ ਅਸਲੀ ਮੁੱਦਿਆਂ ਵੱਲ। ਮਤਲਬ ਕਿ 300 ਯੂਨਿਟ ਬਿਜਲੀ ਫ੍ਰੀ ਕਰ ਦੇਣੀ, 200 ਯੂਨਿਟ ਫ੍ਰੀ ਕਰ ਦੇਣੀ, ਸ਼ਗਮ ਸਕੀਮ, ਇਹ ਉਹ, ਆਟਾ ਦਾਲ, ਇਹ ਸਾਰੀਆਂ ਪੰਜਾਬ ਦੀਆਂ ਮੁਸ਼ਕਲਾਂ ਨਹੀਂ ਹੈ। ਪੰਜਾਬ ਦੇ ਸਿਰ ਦੇ ਉੱਪਰ ਜਿਹੜਾ ਕਿ ਹੁਣ 2.5 ਲੱਖ ਕਰੋੜ ਦੇ ਕਰੀਬ ਕਰਜ਼ਾ ਹੋ ਚੁੱਕਿਆ ਹੈ, ਉਹ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ। ਅੱਤਵਾਦ ਵੇਲੇ ਤੋਂ ਤੁਰਿਆ ਆ ਰਿਹਾ ਜਿਹੜਾ ਅੱਤਵਾਦ ਵੇਲੇ ਕਿੰਨਾ 38,000 ਕਰੋੜ ਕਰਜ਼ਾ ਸੀ। ਜਦੋਂ 2007 ਦੇ ਵਿੱਚ ਬਾਦਲ ਸਾਹਿਬ ਨੇ ਜਦੋਂ ਕਮਾਂਡ ਸੰਭਾਲੀ ਉਦੋਂ 40,000 ਕਰੋੜ ਕਰਜ਼ਾ ਸੀ। ਜਦੋਂ ਬਾਦਲ ਸਾਹਿਬ ਛੱਡਦੇ ਨੇ ਉਹ 10 ਸਾਲਾਂ ਵਿੱਚ ਉਹ 1,54,000 ਕਰੋੜ ਹੋ ਜਾਂਦਾ ਹੈ। ਔਰ ਜਦੋਂ ਮੁੜ ਕੇ ਕਾਂਗਰਸ ਆ ਕੇ ਵਾਈਟ ਪੇਪਰ ਜਾਰੀ ਕਰਦੀ ਹੈ ਔਰ ਠੋਕ ਕੇ ਕਹਿ ਦਿੰਦੀ ਹੈ ਵਾਈਟ ਪੇਪਰ ਦੇ ਵਿੱਚ ਕਿ ਅਕਾਲੀ ਸਰਕਾਰ ਦੀਆਂ ਨਾਕਾਮ ਜਿਹੜੀਆਂ ਨੀਤੀਆਂ ਸੀ ਉਹਨਾਂ ਕਰਕੇ ਦੇਖੋ ਜੀ ਇਹ 40,000 ਕਰੋੜ ਤੋਂ ਅਸੀਂ 1.5 ਕਰੋੜ ਦੇ ਕਰੀਬ ਪਹੁੰਚ ਗਏ। ਲੇਕਿਨ ਆਪ ਉਹਨਾਂ ਦੇ 4.5 ਸਾਲ ਦੇ ਵਿੱਚ 1,000 ਕਰੋੜ ਇੱਕ ਹੋਰ ਚੜ੍ਹ ਜਾਂਦਾ, 1 ਲੱਖ ਕਰੋੜ ਹੋਰ। ਇਸ ਵੇਲੇ ਪੰਜਾਬ ਦੇ ਸਿਰ ਦੇ ਉੱਪਰ 2.5 ਲੱਖ ਕਰੋੜ ਦੇ ਕਰੀਬ ਕਰਜ਼ਾ ਹੈ। ਤੇ ਜੇ ਇਦਾਂ ਹੀ ਸਥਿਤੀ ਜਾਰੀ ਰਹੀ ਤਾਂ ਕਹਿੰਦਾ 24-25 ਤੱਕ ਅਸੀਂ ਘੱਟੋ ਘੱਟ 4.25 ਲੱਖ ਕਰੋੜ ਦੇ ਥੱਲੇ ਹੋਵਾਂਗੇ। ਤੁਸੀਂ ਕਮਾਲ ਦੇਖੋ ਕਿ 88,000 ਕਰੋੜ ਪੰਜਾਬ ਦਾ ਜਿਹੜਾ ਸਾਲਾਨਾ ਰੈਵਨਿਊ ਹੈ, ਉਹਦੇ ਵਿੱਚੋਂ 57,000 ਕਰੋੜ ਤਾਂ ਅਸੀਂ ਕਰਜ਼ੇ ਦੇ ਰੂਪ 'ਚ ਵਾਪਸ ਕਰਦੇ ਪਏ ਹਾਂ, ਤੇ ਬਾਕੀ 21,000 ਕਰੋੜ ਦੇ ਵਿੱਚ ਤੁਸੀਂ ਕੀ ਨੰਗੇ ਕੀ ਨਾਊ ਤੇ ਕੀ ਨਿਚੋੜੂ। ਇਹਦੇ ਵੱਲ ਤਾਂ ਤੁਸੀਂ ਦੇਖਿਆ ਕਦੇ ਕਿ ਕੋਈ ਪੋਲੀਟੀਕਲ ਪਾਰਟੀ ਇਹਦੇ ਬਾਰੇ ਗੱਲ ਕਰ ਰਹੀ ਹੋਵੇ? ਬਿਲਕੁਲ ਨਹੀਂ ਗੱਲ ਕਰ ਰਹੀ। ਉਹਨਾਂ ਉਹ ਇਸ ਮੁੱਦਿਆਂ ਤੇ ਖੜਦੇ ਹੀ ਨਹੀਂ ਗੇ। ਠੀਕ ਹੈ, ਅਸੀਂ ਸਿੱਧੂ ਵਾਲੇ ਇਸ ਕਾਂਡ ਨੂੰ ਪਾਸੇ ਰੱਖ ਦਿੰਦੇ ਹਾਂ। ਪੰਜਾਬ ਦੇ ਅਸਲੀ ਮੁੱਦੇ ਹੋਰ ਹੈ। ਪੰਜਾਬ ਬਰਬਾਦ ਹੋ ਰਿਹਾ ਹੈ। ਖੇਤੀਬਾੜੀ, ਭਾਵੇਂ ਕਿਸਾਨ ਜਿੱਤ ਕੇ ਵਾਪਸ ਵੀ ਆ ਜਾਣ, ਲੇਕਿਨ ਖੇਤੀਬਾੜੀ ਸੈਕਟਰ ਵਿੱਚ ਸਭ ਕੁਝ ਅੱਛਾ ਨਹੀਂ ਹੈ। ਔਰ ਕੱਲੀ ਖੇਤੀਬਾੜੀ ਦੀ ਪ੍ਰਮੋਟ ਕਰਕੇ ਸਾਡਾ ਕੁਝ ਨਹੀਂ ਵੱਟੀਦਾ। ਸਾਨੂੰ ਨਾਲ ਉਦਯੋਗਾਂ ਬਾਰੇ ਸੋਚਣਾ ਪਊ। ਪੰਜਾਬ ਵਿੱਚ ਇਨਵੈਸਟਰ ਤਾਂ ਹੈ ਨਹੀਂ, ਤੇ ਜੇ ਕੋਈ ਇਨਵੈਸਟਰ ਆਉਂਦਾ ਉਦੋਂ ਪਹਿਲਾਂ ਲੀਡਰ ਕਹਿੰਦੇ ਸਾਡਾ ਹਿੱਸਾ ਦੱਸ, ਉਹ ਭੱਜ ਜਾਂਦਾ ਡਰ ਕੇ। ਇਸ ਤੋਂ ਇਲਾਵਾ ਜਿਹੜੀਆਂ ਸਾਡੇ ਨਾਲ ਦੇ ਸੂਬੇ ਨੇ ਉੱਥੇ ਜਿਹੜੀਆਂ ਰਿਆਇਤਾਂ ਵੱਧ ਨੇ ਇੰਡਸਟਰੀਅਲਿਸਟਾਂ ਨੂੰ, ਦੇਖੋ, ਇੰਡਸਟਰੀ ਨੂੰ ਪ੍ਰਮੋਟ ਕਰਨ ਦੇ ਲਈ ਕੁਛ ਨਾ ਕੁਛ ਕਰਨਾ ਹੀ ਪੈਂਦਾ। ਪੰਜਾਬ ਦੇ ਵਿੱਚ ਕਿੱਡੀ ਵੱਡੀ ਇੰਡਸਟਰੀ ਸੀ, ਗੋਬਿੰਦਗੜ੍ਹ ਸੀ, ਖੰਨੇ ਸੀ, ਜਲੰਧਰ ਸੀ, ਅੰਮ੍ਰਿਤਸਰ, ਲੁਧਿਆਣਾ, ਉਹ ਸਾਰੀ ਦੀ ਸਾਰੀ ਜਿਹੜੀ ਹੌਜ਼ਰੀ ਸੀ ਜਾਂ ਵੂਲਨ ਜਿਹੜੀ ਸੀ ਉਹ ਸਾਰੀ ਮੱਧ ਪ੍ਰਦੇਸ਼ ਵਿੱਚ ਚਲੀ ਗਈ। ਔਰ ਪੰਜਾਬ ਦੇ ਵਿੱਚ ਕਿੱਡੀ ਵੱਡੀ ਫਾਰਮਾਸਿਊਟੀਕਲ ਕੰਪਨੀ ਸੀਗੀਆਂ, ਸਾਰੀਆਂ ਬੱਦੀ ਇੱਥੇ ਹਿਮਾਚਲ ਪ੍ਰਦੇਸ਼ ਚਲੀ ਗਈਆਂ। ਹਿਮਾਚਲ ਪ੍ਰਦੇਸ਼ ਸਾਡੇ ਕੋਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਇੰਡਸਟਰੀ ਖੋ ਕੇ ਲੈ ਗਿਆ। ਠੀਕ ਹੈ, ਤਾਂ ਸਾਨੂੰ ਸੋਚਣਾ ਪਏਗਾ। ਸਾਡੀਆਂ ਸਰਕਾਰਾਂ ਨਲਾਇਕ ਨੇ, ਅਸਲੀ ਮੁੱਦਿਆਂ ਵੱਲ ਉਹਨਾਂ ਦਾ ਧਿਆਨ ਨਹੀਂ ਹੈ। ਪਾਣੀ ਕੱਢ ਕੇ ਧਰਤੀ 'ਚੋਂ ਅਸੀਂ ਪਾਣੀ ਬਰਬਾਦ ਕਰ ਲਿਆ, ਔਰ ਅਸੀਂ ਫ੍ਰੀ ਦੀਆਂ ਸਕੀਮਾਂ ਦੇ ਕੇ ਇਹੋ ਜਿਹਾ ਕਲਚਰ ਡਿਵੈਲਪ ਕਰ ਲਿਆ ਕਿ ਲੋਕ ਕਹਿੰਦੇ ਨੇ ਕਿ
ਕਿ ਵੋਟਾਂ ਤਾਂ ਦੇਵਾਂਗੇ, ਸਾਨੂੰ ਫ੍ਰੀ ਦੱਸੋ ਕੀ ਦਿੰਦੇ ਹੋ। ਲੋਕਾਂ ਨੂੰ ਅਸੀਂ ਵਿਗਾੜ ਰਹੇ ਹਾਂ, ਗਲਤ ਆਦਤਾਂ ਪਾ ਰਹੇ ਹਾਂ, ਲੋਕਾਂ ਨੂੰ ਨਿਕੰਮੇ ਬਣਾ ਰਹੇ ਹਾਂ, ਆਈਲੈਟਸ ਕਰਕੇ ਬੱਚਿਆਂ ਨੂੰ ਬਾਹਰ ਭਜਾ ਰਹੇ ਹਾਂ। ਮਤਲਬ ਕਿ ਸਾਡੀਆਂ ਸਰਕਾਰਾਂ ਪੋਲੀਟੀਕਲ ਚਾਰੇ ਦੀਆਂ ਚਾਰੇ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਬਾਰੇ ਬਿਲਕੁਲ ਨਹੀਂ ਸੋਚਦੀਆਂ। ਉਹਨਾਂ ਨੂੰ ਕੋਈ ਸਮਝ ਨਹੀਂ, ਉਹਨਾਂ ਕੋਲੇ ਕੋਈ ਰੋਡ ਮੈਪ ਨਹੀਂ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਕਿਵੇਂ। ਫਿਰ ਪੰਜਾਬ ਕੀ ਕਰੇ? ਕਿਉਂਕਿ ਤੇ ਨਾਲ ਹੀ ਮੇਰਾ ਸਵਾਲ ਇੱਕ ਤਾਂ ਇਹ ਹੈ ਕਿ ਫਿਰ ਪੰਜਾਬ ਕੀ ਕਰੇ, ਤੇ ਫਿਰ ਮੈਂ ਇਹ ਮੰਨਦੀ ਹਾਂ ਕਿ ਜਿਸ ਤਰ੍ਹਾਂ ਆਪਾਂ ਬੈਠੇ ਹਾਂ ਇਸ ਵੇਲੇ ਟੀਵੀ ਪੰਜਾਬ ਲਈ, ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਸਾਡੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਾਂ। ਤੁਸੀਂ ਕਰਜ਼ੇ ਦੀ ਵੀ ਗੱਲ ਕਰ ਰਹੇ ਹੋ, ਖੇਤੀ ਦਾ ਜਿਹੜਾ ਆਪਣੀ ਸਮਰੱਥਾ ਸੀ ਜ਼ਮੀਨ ਦੀ ਉਹ ਜਾ ਰਹੀ ਹੈ, ਪਾਣੀ ਸਾਡੇ ਕੋਲੋਂ ਸਾਰਾ ਕੁਝ ਹੀ ਜਾ ਰਿਹਾ, ਸਾਡੇ ਸਾਰੇ ਜਿਹੜੇ ਕੁਦਰਤੀ ਸਾਧਨ ਸੀ ਉਹ ਜਾ ਰਹੇ ਨੇ, ਅਸੀਂ ਗਵਾ ਲਏ ਨੇ ਕਾਫੀ ਹੱਦ ਤੱਕ, ਤੇ ਡਰਾਉਣੇ ਰੂਪ 'ਚ, ਕਾਫੀ ਹੱਦ ਤੱਕ ਕੀ ਡਰਾਉਣੇ ਰੂਪ ਵਿੱਚ। ਤੇ ਇਹ ਸਾਰੇ ਕਾਸੇ ਵਿੱਚ ਬੁੱਧੀਜੀਵੀ ਵਰਗ ਹੈ ਜਿਹੜਾ ਸਾਡਾ ਪੰਜਾਬ ਦਾ, ਜਿਹੜਾ ਕਹਿੰਦਾ ਹੈ ਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਉਹਨਾਂ ਦੀ ਕਿੰਨੀ ਕੁ ਭੂਮਿਕਾ ਆ ਇਹ ਬੋਲਣ ਵਿੱਚ? ਜਿਸ ਤਰ੍ਹਾਂ ਤੁਸੀਂ ਕਰਜ਼ੇ ਦੀ ਗੱਲ ਕਰ ਰਹੇ ਹੋ, ਜਿਸ ਤਰ੍ਹਾਂ ਤੁਸੀਂ ਅਦਰਵਾਈਜ਼ ਪੰਜਾਬ ਦੀ ਸਿਹਤ ਦੀ ਗੱਲ ਕਰ ਰਹੇ ਹੋ, ਨਸ਼ੇ ਪੱਤਿਆਂ ਤੋਂ ਲੈ ਕੇ ਜ਼ਮੀਨ ਦੀ ਸਿਹਤ ਤੱਕ, ਵਾਤਾਵਰਣ ਦੀ ਸਿਹਤ ਤੱਕ। ਮੈਨੂੰ ਨਹੀਂ ਪਤਾ ਬੁੱਧੀਜੀਵੀ ਤੁਸੀਂ ਕਿਹਨਾਂ ਨੂੰ ਕਹਿੰਦੇ ਹੋ, ਠੀਕ ਹੈ। ਸਾਡੇ ਕੋਲੇ ਕੁਛ, ਤੁਸੀਂ ਵੀ ਹੋ ਜਿਵੇਂ। ਹਾਂ, ਫਿਰ ਮੈਂ ਤਾਂ ਬੋਲੀ ਜਾਂਦਾ, ਮੈਂ ਸਮਝ ਲਓ ਸਾਰਿਆਂ ਵੱਲੋਂ ਮੈਂ ਹੀ ਬੋਲ ਰਿਹਾ, ਜਾਂ ਇੱਦਾਂ ਕਹਿ ਲਓ ਕਿ ਕੁਛ ਹੋਰ ਲੋਕ ਬੋਲਦੇ ਨੇ, ਔਰ ਜਿੰਨਾ ਕਿ ਕਿਸੇ ਦੀ ਭੂਮਿਕਾ ਹੁੰਦੀ ਹੈ ਬੋਲ ਲੈਂਦੇ ਨੇ। ਕੁਛ ਸਾਡੇ ਇੱਦਾਂ ਕਹੋ ਕਿ ਵਧੀਆ ਲਿਖਾਰੀ ਨੇ, ਜਿਹੜੇ ਕਿ ਲੇਖਕ ਨੇ, ਜਿਹੜੇ ਸਮਝਦੇ ਨੇ ਕਿ ਇਹ ਉਹਨਾਂ ਦਾ ਕਰਮ ਨਹੀਂ ਹੈ, ਇਹ ਉਹਨਾਂ ਦੀ ਫੀਲਡ ਨਹੀਂ ਹੈ। ਇੱਦਾਂ ਕਹਿ ਲਓ ਕਿ ਸਾਰੇ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੀ ਸੋਚ ਹੁੰਦੀ ਹੈ, ਠੀਕ ਹੈ। ਮੈਂ ਇੱਦਾਂ ਕਹਿ ਲਓ ਬਿਜ਼ੀ ਨੇ, ਮੈਂ ਵਿਹਲਾ ਬਹੁਤ ਹਾਂ, ਤੇ ਮੈਨੂੰ ਇੱਦਾਂ ਲੱਗਦਾ ਮੈਂ ਸ਼ਾਇਦ ਤਾਂ ਜ਼ਿਆਦਾ ਬੋਲ ਰਿਹਾ। ਤੇ ਹਰ ਇੱਕ ਦਾ ਆਪਣਾ ਸੁਭਾਅ ਹੁੰਦਾ, ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਮੈਨੂੰ ਇੱਦਾਂ ਲੱਗਦਾ ਕਿ ਮੇਰੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ, ਜਾਂ ਤਾਂ ਮੈਂ ਸਾਹਿਤ ਵਿੱਚ ਬੋਲਾਂ, ਪਰ ਤੁਸੀਂ ਜਾਣਦੇ ਹੋ ਮੈਂ ਇਹੋ ਜਿਹੇ ਨਾਟਕ ਲਿਖੇ ਨਹੀਂ ਜਿਹੜੇ ਮੈਂ ਸਾਮਿਕ ਵਿਸ਼ਿਆਂ ਦੇ ਉੱਪਰ ਹੋਣ। ਮੈਂ ਵਕਤੀ ਵਿਸ਼ਿਆਂ ਨੂੰ ਕਦੇ ਤਰਜੀਹ ਨਹੀਂ ਦਿੱਤੀ, ਮੈਂ ਹਮੇਸ਼ਾ ਇਹੋ ਜਿਹੇ ਵਿਸ਼ੇ ਚੁਣੇ ਜਿਹੜੇ ਮੈਂ ਸਮਝਦਾ ਕਿ ਦੇਸ਼ ਕਾਲ ਤੋਂ ਬਾਹਰ ਫੈਲ ਸਕਦੇ ਆ। ਮੈਂ ਸਾਹਿਤ ਨੂੰ ਮਤਲਬ ਕਿ ਪ੍ਰੋਪੇਗੈਂਡੇ ਦੇ ਤੌਰ ਤੇ ਇਸਤੇਮਾਲ ਨਹੀਂ ਕਰਦਾ। ਤੇ ਫਿਰ ਜਿਹੜੀ ਗੱਲ ਮੈਂ ਉੱਥੇ ਨਹੀਂ ਕਹਿ ਸਕਦਾ, ਫਿਰ ਮੈਂ ਉਹ ਸੋਸ਼ਲ ਮੀਡੀਆ ਦੇ ਉੱਪਰ ਕਹਿ ਦਿੰਦਾ, ਤੁਹਾਡੇ ਵਰਗੇ ਟੀਵੀ ਚੈਨਲਾਂ ਤੇ ਕਹਿ ਦਿੰਦਾ। ਮੈਨੂੰ ਇਹ ਲੱਗਦਾ ਇਹ ਮੇਰੀ ਕਿਤੇ ਨਾ ਕਿਤੇ ਬੀਇੰਗ ਰਾਈਟਰ ਦੀ ਜ਼ਿੰਮੇਵਾਰੀ ਹੈ, ਭਾਵੇਂ ਚੰਗਾ ਹੋਵੇ, ਭਾਵੇਂ ਮਾੜੀ ਹੋਵੇ, ਭਾਵੇਂ ਮੈਨੂੰ ਘੱਟ ਸਮਝ ਹੋਵੇ, ਪਰ ਜੋ ਮੈਂ ਇੱਕ ਆਮ ਵਿਅਕਤੀ ਦੇ ਤੌਰ ਤੇ ਮਹਿਸੂਸ ਕਰਦਾ, ਮੈਨੂੰ ਲੱਗਦਾ ਮੈਨੂੰ ਕਹਿਣਾ ਚਾਹੀਦਾ। ਕਿ ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ, ਕਿ ਤੁਸੀਂ ਕੋਈ ਇਹੋ ਜਿਹਾ ਇਨੀਸ਼ੀਏਟਿਵ ਲਵੋਗੇ, ਕੋਈ ਉਪਰਾਲਾ ਕਰੋਗੇ, ਜਾਂ ਤੁਸੀਂ ਸਾਰੇ ਆਪਣੇ ਨਾਲ ਦਿਆਂ ਨੂੰ, ਹਮ ਖਿਆਲੀ ਲੋਕਾਂ ਨੂੰ, ਜਿਹੜੇ ਪੋਲੀਟੀਕਲ ਅਦਰਵਾਈਜ਼ ਉਹ ਸਿਆਸਤ ਵਿੱਚ ਸਿੱਧੇ ਤੌਰ ਤੇ ਨਹੀਂ ਆਏ, ਕਿ ਕੀ ਕੋਈ ਇਹੋ ਜਿਹਾ ਫੋਰਮ ਬਣਾਓਗੇ ਜਿਹੜਾ ਪੰਜਾਬ ਲਈ ਬੋਲੇ, ਜਿਹੜਾ ਸਿਆਸੀ ਪਾਰਟੀਆਂ ਤੋਂ ਜਵਾਬ ਮੰਗੇ ਹਰ ਗੱਲ ਲਈ? ਜਿਸ ਤਰ੍ਹਾਂ ਇਸ ਵੇਲੇ ਕਿਸਾਨ ਅੰਦੋਲਨ ਕਰ ਰਹੇ ਨੇ ਦਿੱਲੀ ਦੀਆਂ ਬਰੂਹਾਂ ਤੇ, ਅਤੇ ਨਾਲ ਹੀ ਇਹ ਹੋ ਰਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਜਦੋਂ ਸਿਆਸਤਦਾਨ ਜਾਂਦੇ ਨੇ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ। ਘੱਟੋ ਘੱਟ ਤੁਸੀਂ, ਤੁਹਾਡਾ ਤਬਕਾ ਬੁੱਧੀਜੀਵੀਆਂ ਦਾ, ਪ੍ਰੋਫੈਸਰਾਂ ਦਾ, ਸਭ ਤੋਂ ਵੱਧ ਪੜ੍ਹੀ ਲਿਖੀ ਜਮਾਤ ਹੋ ਤੁਸੀਂ, ਇਸ ਤਰ੍ਹਾਂ ਅੱਗੇ ਆਏਗਾ ਕਿ ਉਹ ਘੱਟੋ ਘੱਟ ਸਵਾਲ ਖੜੇ ਕਰਨ ਕਿ ਆਹ ਸਵਾਲ ਪਿੰਡਾਂ ਵਾਲੇ ਜਾਂ ਛੋਟੇ ਸ਼ਹਿਰਾਂ ਵਾਲੇ, ਛੋਟੇ ਉਦਯੋਗਾਂ ਵਾਲੇ, ਨਿੱਕੇ ਨਿੱਕੇ ਕਾਰੋਬਾਰੀ ਉਹ ਸਿਆਸਤਦਾਨਾਂ ਨੂੰ ਪੁੱਛਣ ਕਿ ਸਾਡਾ ਆ ਕਿੱਥੇ ਗਿਆ, ਸਾਡੇ ਆ ਹੱਕ ਕਿੱਥੇ ਗਏ? ਦੇਖੋ, ਸੁਸਾਇਟੀ ਵਿੱਚ ਸਵਾਲ ਜਿਹੜੇ ਨੇ ਉਹ ਪੜ੍ਹੇ ਲਿਖੇ ਲੋਕ, ਬੁੱਧੀਜੀਵੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਉਹ ਨਹੀਂ ਰੇਜ਼ ਕਰਦੇ। ਮੈਂ ਜਿੰਨਾ ਮਰਜ਼ੀ ਸੋਸ਼ਲ ਮੀਡੀਆ ਤੇ ਬੋਲੀ ਜਾਵਾਂ, ਮੇਰੀ ਕੋਈ ਕੰਟਰੀਬਿਊਸ਼ਨ ਨਹੀਂ। ਅਸਲੀ ਕੰਟਰੀਬਿਊਸ਼ਨ ਉਹ ਆ ਜਿਹੜੇ ਗਰਾਊਂਡ ਦੇ ਖੜ ਕੇ ਸਵਾਲ ਰੇਜ਼ ਕਰਦੇ ਆ, ਜਿਵੇਂ ਕਿ ਕਿਸਾਨ ਜਥੇਬੰਦੀਆਂ ਨੇ ਪਿਛਲੇ 10 ਮਹੀਨਿਆਂ ਦੇ ਵਿੱਚ ਪੰਜਾਬ ਦੀ ਇੱਕ ਜਨਰੇਸ਼ਨ ਨੂੰ ਜਿਤਨਾ ਚੇਤਨ ਕਰਤਾ, ਜਿੰਨਾ ਸੂਝਵਾਨ ਬਣਾਤਾ, ਮੈਂ ਕਹਿੰਦਾ ਮੇਰੇ ਵਰਗੇ 500 ਬੁੱਧੀਜੀਵੀ ਰਲ ਕੇ 10 ਸਾਲਾਂ ਵਿੱਚ ਨਹੀਂ ਸੀ ਬਣਾ ਸਕਦੇ। ਉਹਨਾਂ ਕਿਸਾਨ ਜਥੇਬੰਦੀਆਂ ਨੇ ਪ੍ਰੈਕਟੀਕਲ ਲੜਾਈ ਲੜ ਕੇ ਦਿਖਾਈ। ਦੇਖੋ, ਮੇਰੇ ਵਰਗੇ ਬੋਲਣ ਵਾਲੇ ਬੰਦੇ ਨਹੀਂ ਚਾਹੀਦੇ, ਸੁਸਾਇਟੀ ਨੂੰ ਚਾਹੀਦੇ ਆ ਕਰਮਸ਼ੀਲ ਬੰਦੇ, ਜਿਹੜੇ ਲੋੜ ਪੈਣ ਤੇ ਜ਼ਮੀਨ ਤੇ ਖੜ ਸਕਣ। ਤੇ ਕਿਸਾਨ ਜਥੇਬੰਦੀਆਂ ਨੇ ਪੂਰੀ ਦੀ ਪੂਰੀ ਇੱਕ ਜਨਰੇਸ਼ਨ ਨੂੰ ਦੱਸਿਆ ਹੈ ਕਿ ਤੁਹਾਨੂੰ ਸੰਘਰਸ਼ ਕਰਨਾ ਪੈ ਸਕਦਾ ਹੈ, ਔਰ ਉਹ ਜਨਰੇਸ਼ਨ ਸਿਆਣੀ ਹੋ ਕੇ ਮੁੜ ਰਹੀ ਹੈ। ਅੱਜ ਪੰਜਾਬ ਦਾ ਬਹੁਤ ਯੂਥ ਜਿਹੜਾ ਬਹੁਤ ਮੇਰੇ ਨਾਲ ਜੁੜਿਆ ਹੋਇਆ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ, ਮੈਨੂੰ ਉਹ ਫਾਲੋ ਕਰਦੇ ਨੇ, ਮੇਰੇ ਨਾਲ ਗੱਲਾਂ ਕਰਦੇ ਨੇ, ਮੈਨੂੰ ਫੋਨ ਆਉਂਦੇ ਨੇ, ਮੈਨੂੰ ਮਿਲਦੇ ਨੇ, ਮੈਂ ਦੇਖਿਆ ਉਹ ਬਹੁਤ ਸਿਆਣੇ ਹੋਏ ਨੇ। ਜਿਹੜੇ ਦਿੱਲੀ 10-15 ਦਿਨ ਲਾਏ ਨੇ, ਉਹਨਾਂ ਦੀ ਸੋਚ ਹੀ ਬਦਲ ਗਈ। ਸੋ ਮੈਨੂੰ ਐਂ ਲੱਗਦਾ ਕਿ ਕਿਸਾਨ ਜਥੇਬੰਦੀਆਂ ਤੇ ਹੋਰ ਸੰਘਰਸ਼ ਕਰਨ ਵਾਲੇ ਲੋਕ ਨੇ ਜਿਹੜੇ ਅਸਲੀ ਕੁਐਸਚਨ ਰੇਜ਼ਰ, ਉਹ ਨੇ, ਉਹ ਟਰਬਲ ਕ੍ਰੀਏਟ ਕਰ ਸਕਦੇ ਨੇ ਇਸ ਪੋਲੀਟੀਕਲ ਸਿਸਟਮ ਦੇ ਵਿੱਚ। ਠੀਕ ਹੈ, ਸਾਡੇ ਵਰਗੇ ਉਹਨਾਂ ਦੀ ਸਪੋਰਟ ਕਰ ਸਕਦੇ ਆ। ਮੈਂ ਕਦੇ ਵੀ ਨਹੀਂ ਸੋਚਦਾ ਕਿ ਮੈਂ ਲੀਡ ਕਰ ਰਿਹਾ। ਮੈਨੂੰ ਤਾਂ ਇਹ ਲੱਗਦਾ ਕਿ ਬਸ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਲੜ ਰਹੀਆਂ, ਮੈਂ ਤਾਂ ਉਹਨਾਂ ਦੇ ਪਿੱਛੇ ਖੜਾ, ਮੈਂ ਤਾਂ ਉਹਨਾਂ ਦੀ ਆਵਾਜ਼ ਆ, ਜਿੱਥੇ ਕਿਤੇ ਮੇਰੀ ਲੋੜ ਪੈਂਦੀ ਹੈ ਮੈਂ ਉਹਨਾਂ ਲਈ ਬੋਲਦਾ। ਮੇਰੀ ਇੰਨੀ ਕੁ ਭੂਮਿਕਾ ਨਹੀਂ। ਤੇ ਫਿਰ ਪੰਜਾਬ ਦਾ ਬਣੇਗਾ ਕੀ? ਜਾਂ ਸਿਆਸੀ ਪਾਰਟੀਆਂ ਨੂੰ ਤੁਸੀਂ ਕੀ ਰਾਏ ਦਿੰਦੇ ਹੋ, ਜਾਂ ਇਹਨਾਂ ਸਿਆਸੀ ਪਾਰਟੀਆਂ ਦਾ ਫਿਰ ਸਾਨੂੰ ਕੋਈ ਬਦਲ ਲੱਭਣਾ ਪਏਗਾ? ਵਕਤ ਸਭ ਤੋਂ ਜ਼ਿਆਦਾ ਵਧੀਆ ਬਦਲ ਹੁੰਦਾ। ਤੁਸੀਂ ਅੱਜ ਜੋ ਕੁਝ ਵਾਪਰ ਰਿਹਾ, ਹੁਣ ਸਵਾਲ ਚੱਕਣੇ ਸ਼ੁਰੂ ਹੋ ਗਏ, ਲੋਕਾਂ ਨੂੰ ਅਸਲੀ ਮੁੱਦਿਆਂ ਦਾ ਧਿਆਨ ਦਿਵਾਉਣਾ ਦੇਖੋ ਜ਼ਰੂਰੀ ਹੁੰਦਾ। ਆਫਕੋਰਸ ਮੈਂ ਥੋੜ੍ਹਾ ਜਿਹਾ ਗੱਲਾਂ ਮੈਂ ਕਰਦਾ, ਮੇਰੇ ਹੋਰ ਸਾਥੀਆਂ ਦਾ 250-300 ਬੰਦਿਆਂ ਦਾ ਸਾਡਾ ਗਰੁੱਪ ਹੈ WhatsApp ਦੇ ਉੱਪਰ, ਅਸੀਂ ਇਹ ਚੀਜ਼ਾਂ ਸ਼ੇਅਰ ਕਰਦੇ ਹਾਂ, ਫਿਰ ਅਸੀਂ ਸੁਸਾਇਟੀ ਵਿੱਚ ਫਲੋਟ ਕਰਦੇ ਹਾਂ। ਸਾਨੂੰ ਹੌਲੀ ਹੌਲੀ ਇਹਦਾ ਸਿੱਟਾ ਸਿਲਾ ਮਿਲ ਰਿਹਾ। ਲੋਕ ਹੌਲੀ ਹੌਲੀ ਗੱਲਾਂ ਕਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਪੰਜਾਬ ਦੇ ਅਸਲੀ ਮੁੱਦੇ ਇਹ ਨਹੀਂ ਹੈ ਕਿ ਤੁਸੀਂ 200 ਯੂਨਿਟ ਫ੍ਰੀ ਦੇ ਦਿਓ, 300 ਯੂਨਿਟ ਫ੍ਰੀ ਦੇ ਦਿਓ। ਅਸੀਂ ਕਹਿੰਦੇ ਹਾਂ ਕੁਝ ਵੀ ਫ੍ਰੀ ਨਾ ਦਿਓ, ਤੁਸੀਂ ਪੰਜਾਬ ਦੀ ਆਰਥਿਕ ਹਾਲਤ ਸੁਧਾਰੋ। ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਤਾਂ ਲੋਕੀ ਆਪੇ ਕਮਾ ਲੈਣਗੇ, ਖਾ ਲੈਣਗੇ।
ਲੋਕਾਂ ਦੇ ਰੁਜ਼ਗਾਰ ਦੇ ਤਾਂ ਤੁਸੀਂ ਪਬਲਿਕ ਸੈਕਟਰ ਨੂੰ ਤਾਂ ਬਰਬਾਦ ਕਰਕੇ ਰੱਖਤਾ, ਔਰ ਪ੍ਰਾਈਵੇਟ ਸੈਕਟਰ ਦੇ ਉੱਪਰ ਤੁਸੀਂ ਕਾਰਪੋਰੇਟ ਨੂੰ ਚੱਕ ਕੇ ਫੜਾਤਾ। ਉਹ ਕਾਰਪੋਰੇਟ ਜਿਹੜਾ ਹੈ ਉਹ ਸਾਡੇ ਯੂਥ ਦਾ ਐਕਸਪਲਾਈਟੇਸ਼ਨ ਕਰ ਰਿਹਾ, ਠੀਕ ਹੈ। ਉਹ ਕਹਿੰਦੇ ਅਸੀਂ ਨੌਕਰੀਆਂ ਕ੍ਰੀਏਟ ਕਰ ਰਹੇ ਹਾਂ, ਕਿਹੜੀ ਨੌਕਰੀ ਕ੍ਰੀਏਟ ਕਰ ਰਿਹਾ ਸਾਡੇ ਪੰਜਾਬ ਦੇ ਵਿੱਚ? ਕੋਈ ਨੌਕਰੀ ਕਿਤੇ ਕੋਈ ਕ੍ਰੀਏਟ ਨਹੀਂ ਕਰ ਰਿਹਾ। ਜੇ ਪਬਲਿਕ ਸੈਕਟਰ ਹੀ ਨਹੀਂ ਬਚਿਆ, ਨੌਕਰੀ ਕਿੱਥੇ ਕਰਨ? ਔਰ ਜਿਹੜਾ ਪਬਲਿਕ ਸੈਕਟਰ ਦਾ ਰੈਵਨਿਊ ਸੀ ਉਹ ਸਾਰੇ ਦਾ ਸਾਰਾ ਮਾਫੀਆ ਦੀ ਜੇਬ 'ਚ ਜਾ ਰਿਹਾ। ਤਾਂ ਹੁਣ ਪ੍ਰੋਬਲਮ ਤਾਂ ਇਹ ਹੈ ਕਿ ਪੰਜਾਬ ਦੀ ਮਾਲੀ ਹਾਲਤ ਇੰਨੀ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਇੱਥੇ ਕੋਈ ਡਿਵੈਲਪਮੈਂਟ ਹੋ ਹੀ ਨਹੀਂ ਸਕਦੀ, ਕੋਈ ਸੋਸ਼ਲ ਸਕੀਮ ਨਹੀਂ ਚੱਲ ਸਕਦੀ, ਯੂਥ ਦਾ ਵਿਕਾਸ ਨਹੀਂ ਹੋ ਸਕਦਾ, ਪੜ੍ਹਨ ਲਿਖਣ ਦੀ ਗੱਲ ਨਹੀਂ ਹੋ ਸਕਦੀ। ਜੇ ਮੇਰੇ ਵਰਗਾ ਕੋਈ ਬੋਲਦਾ, ਉਹਨੂੰ ਪੋਲੀਟੀਕਲ ਲੋਕ ਕਹਿੰਦੇ ਤੇਰੇ ਤੇ ਪਰਚੇ ਪਾ ਦੇਂਗੇ, ਚੁੱਪ ਕਰ ਜਾ, ਤੂੰ ਬੋਲ ਨਾ, ਤੇਰਾ ਇਹ ਕਰ ਦੇਂਗੇ, ਉਹ ਕਰ ਦੇਂਗੇ। ਹਫ਼ਤੇ ਦੇ ਵਿੱਚ 2 ਐਵਰੇਜ ਮੈਨੂੰ ਫੇਸਬੁੱਕ ਦੇ ਉੱਪਰ ਗਾਲਾਂ ਵਾਲੇ ਧਮਕੀਆਂ ਵਾਲੇ ਮੈਸੇਜ ਆਉਂਦੇ ਹੈਗੇ, ਠੀਕ ਹੈ, ਕਿਉਂਕਿ ਮੈਂ ਸੋਸ਼ਲ ਮੀਡੀਆ ਦਾ ਜ਼ਿਆਦਾ ਸਰਗਰਮ ਆ ਜਾਂਦੇ ਨੇ, ਬਲੌਕ ਕਰ ਦਈਦਾ ਚੁੱਪ ਕਰਕੇ। ਹਕੀਕਤ ਦੇ ਵਿੱਚ ਇਹ ਜਿਹੜੀ ਇੰਟੋਲਰੈਂਸ ਹੈਗੀਆਂ ਪੋਲੀਟੀਕਲ ਪਾਰਟੀਆਂ ਵਧਾ ਰਹੀਆਂ ਨੇ, ਇਹ ਬਹੁਤ ਖਤਰਨਾਕ ਹੈ। ਉਹ ਚਾਹੁੰਦੀਆਂ ਨਹੀਂ ਕਿ ਅਸੀਂ ਗੱਲ ਕਰੀਏ, ਤਾਂ ਫਿਰ ਉਹਦੇ ਨਾਲ ਬੁੱਧੀਜੀਵੀ ਡਰ ਜਾਂਦੇ ਨੇ, ਕੋਈ ਸਿਆਪੇ 'ਚ ਨਹੀਂ, ਪੰਗੇ 'ਚ ਨਹੀਂ ਪੈਣਾ ਚਾਹੁੰਦਾ ਹੁੰਦਾ, ਤੇ ਉਹ ਡਰ ਜਾਂਦੇ ਨੇ। ਤੇ ਪਰ ਵਧੀਆ ਗੱਲ ਇਹ ਹੈ ਕਿ ਯੂਥ ਸਿੱਖ ਰਿਹਾ, ਯੂਥ ਅੱਕਿਆ ਹੋਇਆ, ਔਰ ਪੰਜਾਬ ਦੇ ਪਿੰਡਾਂ ਦੇ ਲੋਕ, ਮੰਡੀਆਂ ਦੇ ਲੋਕ ਉਹ ਸਮਝ ਚੁੱਕੇ ਨੇ ਕਿ ਸਾਨੂੰ ਬਹੁਤ ਮੂਰਖ ਬਣਾਇਆ ਜਾ ਚੁੱਕਿਆ। ਕਿਸਾਨ ਅੰਦੋਲਨ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਚੇਂਜ ਲੈ ਕੇ ਆਂਦੀ ਹੈ। ਮੈਂ ਬਹੁਤ ਪੋਜ਼ਿਟਿਵ ਹਾਂ। ਪਰ ਜਿਸ ਤਰ੍ਹਾਂ ਮੋਗੇ ਵਿੱਚ ਆਪਾਂ ਨਵਜੋਤ ਸਿੱਧੂ ਦੇ ਅਸਤੀਫੇ ਤੋਂ ਲੈ ਕੇ ਕਿੱਥੇ ਤੱਕ ਤੁਰ ਪਏ ਹਾਂ, ਜਿਸ ਤਰ੍ਹਾਂ ਮੋਗੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰੈਲੀ ਵੇਲੇ ਉਹਨਾਂ ਦੇ ਇਕੱਠ ਵਿੱਚ ਜਿਸ ਤਰ੍ਹਾਂ ਕਿਸਾਨਾਂ ਨੇ ਵਿਰੋਧ ਕੀਤਾ ਸੀ ਤੇ ਉਹਨਾਂ ਦੀ ਕੁੱਟਮਾਰ ਹੋਈ ਸੀ ਸਮੇਤ ਔਰਤਾਂ ਵੀ ਪਹੁੰਚਦੀਆਂ ਨੇ ਹਰ ਥਾਂ, ਹੈ ਨਾ, ਕਿਸਾਨ ਔਰਤਾਂ ਜਾਂ ਪੇਂਡੂ ਲੋਕ। ਤੇ ਜਿਸ ਤਰ੍ਹਾਂ ਉੱਥੇ ਹੋਇਆ, ਤੇ ਜਿਸ ਤਰ੍ਹਾਂ ਰਜੀਮ ਜਾਂ ਸਾਡੀ ਪੁਲਿਸ ਤੰਤਰ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਖੜਾ, ਚਾਹੇ ਪੰਜਾਬ 'ਚ ਕਾਂਗਰਸ ਦਾ ਰਾਜ ਹੈ, ਤੇ ਉਹ ਤੁਸੀਂ ਕੀ ਮੰਨਦੇ ਹੋ? ਤੇ ਜਿਸ ਤਰ੍ਹਾਂ ਦਿੱਲੀ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬ ਤੋਂ ਵਰਕਰ ਗਏ ਨੇ, ਤੇ ਫਿਰ ਉਹ ਕੌਣ ਨੇ ਤੇ ਲੜ ਰਹੇ ਕੌਣ ਨੇ? ਪਹਿਲੀ ਗੱਲ ਤਾਂ ਕਿ ਅਕਾਲੀ ਦਲ ਨੂੰ ਇਸ ਮੌਕੇ ਜਦੋਂ ਸਾਡੇ 7 ਲੱਖ 6 ਲੱਖ ਬੰਦਾ ਦਿੱਲੀ ਬੈਠਾ ਹੋਵੇ, 600-700 ਲੋਕ ਮਤਲਬ ਕਿ ਜਾਨ ਗਵਾ ਚੁੱਕੇ ਹੋਣ, ਉਸ ਵੇਲੇ ਉਹ 100 ਦਿਨ ਦੀ ਯਾਤਰਾ ਕੱਢ ਰਹੇ ਆ, ਇੰਨੇ ਚਾਅ ਦੇ ਨਾਲ ਉੱਥੇ ਲੱਡੂ ਖਾ ਰਹੇ ਆ, ਔਰ ਪ੍ਰਧਾਨ ਜੀ ਉਹ ਬਕਾਇਦਾ ਪੋਸਟਾਂ ਪਾ ਰਿਹਾ, ਅੱਜ ਨਰੰਗ ਦੇ ਗੋਲ ਗੱਪੇ ਖਾਦੇ, ਅੱਜ ਫਲਾਣੇ ਦਾ ਆਹ ਖਾਦਾ। ਇਹ ਹੁੰਦਾ ਮਤਲਬ ਕਿ ਤੁਸੀਂ ਕਿਸੇ ਦੇ ਵੈਨ ਦੇ ਉੱਪਰ ਚੜ੍ਹ ਕੇ ਜਾਂ ਮਰਸੀ ਵਾਲੀ ਜਗ੍ਹਾ ਦੇ ਉੱਪਰ ਖੜ ਕੇ ਤੁਸੀਂ ਭੰਗੜਾ ਪਾਉਣਾ ਸ਼ੁਰੂ ਕਰ ਦਿਓ। ਤਾਂ ਪਹਿਲੀ ਗੱਲ ਤਾਂ ਬਾਦਲ ਸਾਹਿਬ ਨੂੰ ਮਤਲਬ ਕਿ ਉਹ ਕਰਨਾ ਹੀ ਨਹੀਂ ਚਾਹੀਦਾ ਸੀ। ਉਹ ਮੈਨੂੰ ਐਂ ਲੱਗਦਾ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਸੀ, ਤੇ ਆਮ ਲੋਕਾਂ ਦਾ, ਕਿਰਤੀਆਂ ਦਾ ਅਪਮਾਨ ਸਾਰਿਆਂ ਦਾ। ਹਾਂ, ਤੇ ਜੇ ਉਹਨਾਂ ਨੇ ਅਜਿਹਾ ਕੀਤਾ, ਉਹਨਾਂ ਨੂੰ ਵਾਪਸ ਲੈਣੀ ਪੈ ਗਈ। ਉਦੋਂ ਬਾਅਦ ਦਿੱਲੀ ਮੂੰਹ ਚੱਕ ਕੇ ਤੁਰ ਪਏ। ਮੈਨੂੰ ਐਂ ਲੱਗਦਾ ਹੈ ਕਦੇ ਕਦੇ ਕਿ ਬਾਦਲ ਸਾਹਿਬ ਜਿਹੜੇ ਨੇ, ਖਾਸ ਤੌਰ ਤੇ ਛੋਟੇ ਬਾਦਲ ਸਾਹਿਬ, ਉਹ ਵਧੀਆ ਵਧੀਆ ਬਿਜ਼ਨਸਮੈਨ ਨੇ। ਤੁਸੀਂ ਦੇਖੋ ਉਹਨਾਂ ਨੇ 10 ਸਾਲਾਂ ਵਿੱਚ ਕਿੱਡੀ ਵੱਡੀ ਐਮਪਾਇਰ ਖੜੀ ਕੀਤੀ ਹੈ। ਉਹ ਜਿੱਡੇ ਵੱਡੇ ਬਿਜ਼ਨਸਮੈਨ ਨੇ, ਮੈਨੂੰ ਤਾਂ ਪੋਲੀਟੀਕਲੀ ਉਹ ਵਾਰ-ਵਾਰ ਕਿਉਂ ਆਪਣਾ ਜਲੂਸ ਕਢਾਉਂਦੇ ਨੇ? ਉਹਨਾਂ ਦੇ ਇੱਕ ਦੋ ਜਿਹੜੇ ਨੇੜੇਲੇ ਸਾਥੀ ਨੇ ਮੇਰੇ ਨਾਲ ਜੁੜੇ ਹੋਏ ਨੇ, ਮੈਂ ਹਮੇਸ਼ਾ ਉਹਨਾਂ ਨੂੰ ਪੋਸਟ ਪਾ ਕੇ ਉਹਨਾਂ ਦਾ ਬਿਆਨ ਭੇਜਦਾ ਕਿ ਤੁਸੀਂ ਇਹਨਾਂ ਨੂੰ ਰੋਕਦੇ ਨਹੀਂ ਇਹੋ ਜਿਹਾ ਬਿਆਨ ਦੇਣ ਤੋਂ, ਕਿ ਤੁਸੀਂ ਉਹਨਾਂ ਨੂੰ ਇਹੋ ਜਿਹੀ ਗੱਲ ਕਹਿਣ ਤੋਂ ਰੋਕਦੇ ਨਹੀਂ। ਮਸਲਨ ਕਿਹੜੇ ਬਿਆਨ, ਮਿਸਾਲ ਵਜੋਂ ਦੱਸਿਓ। ਚਲੋ ਛੱਡੋ, ਕੋਈ ਨਹੀਂ, ਕੁਝ ਪਰਸਨਲ ਗੱਲਾਂ ਮੈਂ ਸ਼ੇਅਰ ਨਹੀਂ ਕਰ ਸਕਦਾ। ਮਤਲਬ ਕਿ ਉਹ ਅਜੀਬ ਜੀ ਗੱਲ ਕਰ ਦੇਣਗੇ, ਜਿਵੇਂ ਕਿ ਪਿੱਛੋਂ ਜੇ ਛੋਟੇ ਬਾਦਲ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਕੈਪਟਨ ਸਾਹਿਬ ਨੇ ਜਿਹੜਾ ਗੁਟਕਾ ਚੱਕ ਕੇ ਸਹੁੰ ਖਾਧੀ ਸੀ, ਉਹਨਾਂ ਨੂੰ ਉਹ ਲੈ ਡੁੱਬੀ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਸਿੱਖ ਪੰਥ ਦਾ ਜਿੰਨਾ ਨੁਕਸਾਨ ਮੈਨੂੰ ਲੱਗਦਾ ਅਕਾਲੀ ਦਲ ਨੇ ਕੀਤਾ, ਤੁਹਾਨੂੰ ਤਾਂ ਲੈ ਕੇ ਡੁੱਬਿਆ ਨਹੀਂ। ਬਾਦਲ ਸਾਹਿਬ ਨੂੰ ਮੈਂ ਇਹ ਬਿਆਨ ਦੇਣ ਤੋਂ ਤੁਸੀਂ ਰੋਕਦੇ ਹੀ ਕਿਉਂ ਨਹੀਂ? ਕਿ ਬਾਦਲ ਸਾਹਿਬ ਤੁਸੀਂ ਕਿਉਂ ਆਪਣਾ ਮਜ਼ਾਕ ਬਣਾ ਰਹੇ ਹੋ? ਠੀਕ ਹੈ, ਤੁਸੀਂ ਜੋ ਕੁਝ ਕਰ ਸਕਦੇ ਸੀ, ਸਿੱਖੀ ਦਾ ਜਿੰਨਾ ਨੁਕਸਾਨ ਤੁਸੀਂ ਕਰ ਸਕਦੇ ਸੀ, ਜੇ ਤੁਹਾਨੂੰ ਕਦੇ ਸਜ਼ਾ ਨਹੀਂ ਮਿਲੀ ਤੇ ਇੱਕ ਕੈਪਟਨ ਨੂੰ ਕਾਹਦੀ ਮਿਲ ਗਈ? ਔਰ ਕੌਣ ਨਹੀਂ ਜਾਣਦਾ ਕੈਪਟਨ ਤੇ ਬੇਸਿਕਲੀ ਤਾਂ ਉਹ, ਜਿਵੇਂ ਉਹ ਕਹਿੰਦੇ ਨੇ, ਗੰਗਾਧਰ ਹੀ ਸ਼ਕਤੀਮਾਨ ਹੈ, ਔਰ ਜੋ ਵੀ ਹੈ। ਤਾਂ ਤੁਸੀਂ ਦੇਖੋ ਕਿ ਮੈਂ ਉਹਨਾਂ ਨੂੰ ਇਹੀ ਸਵਾਲ ਕਰਦਾ ਕਿ ਉਹਨਾਂ ਨੂੰ ਚਾਹੀਦਾ ਨਹੀਂ ਸੀ। ਬਾਦਲ ਸਾਹਿਬ ਕੋਲੇ ਮੈਨੂੰ ਐਂ ਲੱਗਦਾ ਕੋਈ ਸਿਆਣਾ ਪੋਲੀਟੀਕਲ ਸਲਾਹਕਾਰ ਨਹੀਂ ਹੈਗਾ। ਉਹ ਵਾਰ-ਵਾਰ ਆਪਣਾ ਜਲੂਸ ਕਢਾ ਰਹੇ ਨੇ। ਉਹਨਾਂ ਨੂੰ ਦੇਖੋ, ਇੱਕ ਗੱਲ ਅਸੀਂ ਮੰਨ ਲਈਏ, ਜਿੰਨਾ ਮਰਜ਼ੀ ਜ਼ੋਰ ਲਾਉਣ, ਅਕਾਲੀ ਦਲ ਦੇ ਵਿੱਚ ਇੱਕ ਬੇਸਿਕ ਸ਼ਿਫਟ ਆ ਗਈ। ਉਹ ਸਮੱਸਿਆ ਉਹਨਾਂ ਦੀ, ਬਾਦਲ ਸਾਹਿਬ ਨੂੰ ਆਪਣੀ ਪ੍ਰੋਬਲਮ ਸਮਝ ਨਹੀਂ ਆ ਰਹੀ। ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਕਾਰ ਹੈ, ਜਿਵੇਂ ਮੰਨ ਲਓ ਇੱਕ ਕਾਰ ਹੈ, ਉਹ ਕਾਰ ਸਵਾਰੀਆਂ ਢੋਣ ਦੇ ਲਈ ਬਣਦੀ ਹੈ। ਤੁਸੀਂ ਉਹਦੇ ਵਿੱਚ ਪੱਠੇ ਨਹੀਂ ਲੱਦ ਸਕਦੇ, ਠੀਕ ਹੈ। ਜਿਹੜਾ ਗੱਡਾ ਉਹ ਪੱਠੇ ਲੱਦਣ ਲਈ ਹੈ, ਤੁਸੀਂ ਉਹਦੇ ਵਿੱਚ ਸਵਾਰੀਆਂ ਨਹੀਂ ਬਿਠਾ ਸਕਦੇ। ਬੱਸ ਦੇ ਵਿੱਚ ਸਵਾਰੀਆਂ ਨਹੀਂ ਬਿਠਾ ਸਕਦੇ। ਬੱਸ ਦੇ ਵਿੱਚ ਸਵਾਰੀਆਂ ਬਿਠਾ ਸਕਦੇ ਹੋ, ਟਰੱਕ ਦੇ ਵਿੱਚ ਸਵਾਰੀਆਂ ਨਹੀਂ ਬਿਠਾ ਸਕਦੇ। ਜਿਹੜੀ ਚੀਜ਼ ਬਣੀ ਹੈ, ਅਕਾਲੀ ਦਲ ਬੇਸਿਕਲੀ ਸਿੱਖਾਂ ਦੇ ਲਈ ਔਰ ਕਿਸਾਨਾਂ ਦੀ ਲੜਾਈ ਬਣ ਕੇ ਉਭਰਿਆ ਸੀ। ਔਰ ਉਹ ਐਡਾ ਵੱਡਾ ਸ਼ਿਫਟ ਮਾਰ ਗਏ ਕਿ ਉਹਨਾਂ ਨੇ ਇੱਕ ਸਟੇਜ ਦੇ ਉੱਪਰ ਕਿਸਾਨਾਂ ਨੂੰ ਵੀ ਛੱਡਤਾ, ਉਹਨਾਂ ਨੇ ਸਿੱਖਾਂ ਨੂੰ ਵੀ ਛੱਡਤਾ, ਦੋਨਾਂ ਨੂੰ ਹੀ ਡਿਚ ਕਰਤਾ। ਤੇ ਹੁਣ ਗੱਲ ਇਹ ਹੈ ਕਿ ਉਹਨਾਂ ਨੇ ਆਪਣਾ ਇੱਕ ਬੇਸ ਹੀ ਛੱਡਤਾ। ਤਾਂ ਉਹਨਾਂ ਦੀ ਸਮੱਸਿਆ ਇਹ ਹੈ, ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ, ਜਿੰਨਾ ਮਰਜ਼ੀ ਇਹੋ ਜਿਹੇ ਡਰਾਮੇ ਕਰ ਲੈਣ, ਉਹਨਾਂ ਨੂੰ ਵਾਪਸ ਆਪਣੇ ਬੇਸ ਤੇ ਜਾਣਾ ਪਊਗਾ। ਅਕਾਲੀ ਦਲ ਨੂੰ ਇਹ ਸ਼ਿਫਟ ਵਾਪਸ ਮਾਰਨੀ ਪਊਗੀ। ਉਹਨਾਂ ਨੂੰ ਖੇਤਰੀ ਪਾਰਟੀ ਬਣਨਾ ਪਊਗਾ। ਉਹਨਾਂ ਨੂੰ ਹਰਿਆਣੇ ਦਾ ਮੋਹ ਛੱਡਣਾ ਪਊਗਾ। ਉਹਨਾਂ ਨੂੰ ਰਾਜਸਥਾਨ ਦਾ ਮੋਹ ਛੱਡਣਾ ਪਊਗਾ। ਦਿੱਲੀ ਦਾ ਮੋਹ ਛੱਡਣਾ ਪਊਗਾ। ਉਹਨੂੰ ਛਾਤੀ ਠੋਕ ਕੇ ਕਹਿਣਾ ਪਊਗਾ ਕਿ ਓਕੇ ਭਰਾਵੇ, ਸਾਡੇ ਕੋਲੋਂ ਗਲਤੀ ਹੋ ਗਈ, ਹੁਣ ਅਸੀਂ ਵਾਪਸ ਪੰਜਾਬ 'ਚ ਆਏ।
ਉਨੀ ਦੇਰ ਤੱਕ ਉਹ ਜੋ ਮਰਜ਼ੀ ਕਰੀ ਜਾਣ, ਉਹਨਾਂ ਦੀਆਂ ਇਹ ਸਰਕਸ ਹੈ, ਇਹ ਪੋਲੀਟੀਕਲ, ਔਰ ਉਹਨਾਂ ਦਾ ਕੁਝ ਨਹੀਂ ਵੱਟੀ ਦਾ। ਘੱਟੋ ਘੱਟ ਮੈਨੂੰ ਨਹੀਂ ਲੱਗਦਾ ਕਿ ਹੁਣ ਤਾਂ ਉਹ ਕਿਸਾਨਾਂ ਦੇ ਨਾਲ ਹੋਰ ਨਾਰਾਜ਼ਗੀਆਂ ਵਧਾ ਸਕਦੇ ਆ, ਸਗੋਂ ਉਹਨਾਂ ਨੂੰ ਚਾਹੀਦਾ ਨਾ ਵਧਾਉਣ, ਉਹ ਘਟਾ ਲੈਣ। ਮੈਂ ਫਿਰ ਪਤਾ ਨਹੀਂ ਕਿਉਂ ਸਲਾਹ ਦੇ ਰਿਹਾ ਉਹਨਾਂ ਨੂੰ, ਮੇਰਾ ਤਾਂ ਉਹਨਾਂ ਨੇ ਬਹੁਤ ਨੁਕਸਾਨ ਕੀਤਾ, ਲੇਕਿਨ ਮੇਰੇ ਪੁਰਖਿਆਂ ਦੀ ਪਾਰਟੀ ਅਕਾਲੀ ਦਲ, ਜਦੋਂ ਉਹਨਾਂ ਦੀ ਇਹੋ ਜਿਹੀ ਫਜੀਅਤ ਹੁੰਦੀ ਹੈ ਨਾ, ਪਤਾ ਨਹੀਂ ਕਿਤੇ ਮੈਨੂੰ ਵੀ ਅਜੀਬ ਲੱਗਣ ਲੱਗ ਪੈਂਦਾ। ਖੈਰ ਚਲੋ, ਤੁਸੀਂ ਇਹ ਉਹਨਾਂ ਦੀਆਂ ਮਾੜੀਆਂ ਗੱਲਾਂ ਸਾਹਮਣੇ ਲਿਆ ਕੇ ਤੁਸੀਂ ਉਹਨਾਂ ਨੂੰ ਸਲਾਹ ਤਾਂ ਦੇ ਰਹੇ ਹੋ, ਪਰ ਫਿਰ ਵੀ ਕਾਂਗਰਸ ਅਤੇ ਅਕਾਲੀਆਂ ਵਿਚਾਲੇ ਉੱਤਰ ਕਾਟੋ ਮੈਚੜਾਂ ਵਾਲਾ ਰਿਹਾ ਹੁਣ ਥਾਈਂ ਦਾ ਸਿਲਸਿਲਾ ਰਾਜ ਕਰਨ ਦਾ। ਤੇ ਫਿਰ ਕਾਂਗਰਸ ਨੂੰ ਕੀ ਸਲਾਹ ਦਿਓਗੇ ਤੇ ਨਵਜੋਤ ਸਿੱਧੂ ਦੀ ਤੁਹਾਡੇ ਮੁਤਾਬਕ ਅਗਲੀ ਰਣਨੀਤੀ ਕੀ ਹੋ ਸਕਦੀ ਹੈ? ਕਾਂਗਰਸ ਨੂੰ ਚਾਹੀਦਾ ਕਿ ਉਹ ਹੁਣ ਲੜ ਕੇ ਆਪਸ ਦੇ ਵਿੱਚ ਸਰਕਾਰ ਨਾਲ ਡਿੱਗ ਬੈਠਣ। ਨੰਬਰ 1 ਮੇਰੀ ਉਹਨਾਂ ਨੂੰ ਇਹੀ ਸਲਾਹ ਹੈ, ਔਰ ਨਵਜੋਤ ਸਿੰਘ ਸਿੱਧੂ ਨੂੰ ਇਹੀ ਹੈ ਕਿ ਉਹਨਾਂ ਨੇ ਠੀਕ ਕੀਤਾ। ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਦੋਂ ਉਹਨਾਂ ਦੀ ਗੱਲ ਸੁਣੀ ਨਹੀਂ ਸੀ ਜਾ ਰਹੀ, ਔਰ ਜੇ ਉਹੀ ਬੰਦੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲਗਾ ਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਕੁਰਸੀ ਤੋਂ ਲਾਇਆ, ਜੇ ਉਹੀ ਬੰਦੇ ਦੁਬਾਰਾ ਆ ਗਏ ਤਾਂ ਫਿਰ ਕੀ ਖੱਟਿਆ ਉਹਨਾਂ ਨੇ? ਠੀਕ ਹੈ, ਉਹਨਾਂ ਲਈ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਸੀ ਰੈਦਰ, ਉਹਨਾਂ ਲਈ ਤਾਂ ਇੱਦਾਂ ਕੋਈ ਮਰਨ ਵਾਲੀ ਗੱਲ ਹੋ ਗਈ ਸੀਗੀ। ਉਹਨਾਂ ਨੂੰ ਰਿਐਕਟ ਕਰਨਾ ਹੀ ਪੈਣਾ ਸੀ। ਉਹ ਬਿਲਕੁਲ ਸਹੀ ਮੌਕੇ ਤੇ ਰਿਐਕਟ ਕੀਤਾ, ਉਹਨਾਂ ਨੇ ਅਸਤੀਫਾ ਦੇ ਕੇ ਸਾਬਤ ਕਰਤਾ ਕਿ ਉਹਨਾਂ ਦੇ ਜਿਹੜੇ ਮੁੱਦੇ ਹੈਗੇ ਉਹ ਇੰਪੋਰਟੈਂਟ ਹੈ। ਉਹਨਾਂ ਨੇ ਵਧੀਆ ਕੀਤਾ। ਲੇਕਿਨ ਮੈਨੂੰ ਇਹ ਲੱਗਦਾ ਕਿ ਉਹ ਹੁਣ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦੀ ਮਰਜ਼ੀ ਦੇ ਅਫਸਰ ਲਾਏ ਜਾਣਗੇ, ਤੇ ਜੇ ਉਹਨਾਂ ਦੀ ਮਰਜ਼ੀ ਦੇ ਅਫਸਰ ਲੱਗ ਜਾਂਦੇ ਆ, ਤੇ ਮੈਨੂੰ ਹੁਣ ਲੱਗਦਾ ਕਿ ਹੁਣ ਉਹ ਹੋਰ ਲੜਾਈ ਨਾ ਕਰਨ ਤੇ 4 ਮਹੀਨੇ ਹੁਣ ਉਹ ਕੰਮ ਕਰਕੇ ਦਿਖਾਣ। ਉਹ ਜਿਵੇਂ ਉਹਨਾਂ ਦੇ ਦਾਅਵੇ ਹੈਗੇ ਕਿ ਮੈਂ ਮਾਫੀਆ ਦੀ ਰੀੜ ਦੀ ਹੱਡੀ ਤੋੜਨੀ ਹੈ, ਔਰ ਮੈਂ ਜਿਹੜੇ ਨਸ਼ਿਆਂ ਦੇ ਵਪਾਰੀਆਂ ਦੇ ਨਾਮ ਬਾਹਰ ਕੱਢਣੇ ਹੈਗੇ, ਔਰ ਬੇਅਦਬੀ ਕਾਂਡ ਦਾ ਇਨਸਾਫ ਕਰਨਾ ਹੈ, ਹੁਣ ਬਾਕੀ ਉਹ 4 ਮਹੀਨੇ ਉਹ ਕਰਕੇ ਦਿਖਾਣ। ਤੁਹਾਨੂੰ ਲੱਗਦਾ ਵੀ ਇੰਨਾ ਸਖਾਲਾ ਹੈ? ਕਿਉਂਕਿ ਇਹਨਾਂ ਦੇ ਆਪਣੇ ਨੇ ਠੇਕੇ ਸਾਰਿਆਂ ਦੇ, ਸਾਰੇ ਕਿਹਦਾ ਨਾਂ ਲਈਏ, ਖੰਨੇ ਤੋਂ ਲੈ ਕੇ ਮੋਹਾਲੀ ਤੱਕ ਤੇ ਅੱਗੇ ਦੂਜੇ ਸਾਰੇ ਪੰਜਾਬ ਵਿੱਚ ਆਪਣੇ ਇਹਨਾਂ ਦੇ ਠੇਕੇ ਨੇ, ਮਾਈਨਿੰਗ ਦੇ ਇਹਨਾਂ ਦੇ ਆਪਣੇ ਕੰਮ ਨੇ। ਕਿਤੋਂ ਕੀ ਖੋਹਣਗੇ? ਕਿਹਦੀ ਹਿੰਮਤ ਹੈ ਕਿ ਉਹ ਖੋਹ ਲਵੇ? ਤੇ ਬਸ ਫਿਰ ਜੇ ਉਹ ਕੁਝ ਨਹੀਂ ਕਰ ਪਾਉਣਗੇ ਤਾਂ ਫਿਰ ਸਮਝੋ ਇਹਦਾ ਫਾਇਦਾ ਆਪ ਨੂੰ ਹੋਊਗਾ। ਜੇ ਆਪ ਵਾਲੇ ਆਪਸ ਦੇ ਵਿੱਚ ਨਾ ਲੜ ਪਏ, ਉਦੋਂ ਤੱਕ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਨਾ। ਆਖਰੀ ਮੌਕੇ ਤੇ ਉਹ ਵੀ ਬਹੁਤ ਬਣੀ ਬਣਾਈ ਖੀਰ ਦੇ ਉੱਪਰ ਸਵਾਹ ਭੁੱਕਣ ਵਾਲੇ ਹੈਗੇ ਉਹ। ਜੇ ਉਹਨਾਂ ਨੇ ਆਪਣਾ ਕੋਈ ਨੁਕਸਾਨ ਨਾ ਕਰ ਲਿਆ, ਤਾਂ ਮੈਨੂੰ ਲੱਗਦਾ ਕਿ ਕਾਂਗਰਸ ਦੀ ਇਹ ਸਾਰੀ ਜਿਹੜੀ ਜਲਥਲ ਹੋ ਰਹੀ ਹੈ ਇਹਦਾ, ਔਰ ਜਿਹੜੀ ਅਕਾਲੀ ਦਲ ਦੀ ਜੋ ਹਾਲਤ ਹੈ, ਜੇ ਭਾਜਪਾ ਦੀ ਜੋ ਹਾਲਤ ਹੈ, ਉਹਨੂੰ ਦੇਖ ਕੇ ਐਂ ਲੱਗਦਾ ਕਿ ਆਪ ਵਾਲੇ ਕੁਝ ਖੱਟ ਜਾਣਗੇ, ਬਸ਼ਰਤੇ ਕਿ ਉਹ ਹੁਣ 1-2 ਹਫ਼ਤਿਆਂ ਦੇ ਵਿੱਚ ਆਪਣਾ ਸਾਰਾ ਜਿਹੜਾ ਅੰਦਰੋਂ ਕਾਟੋ ਕਲੇਸ਼ ਜਿਹਾ ਸੰਭਾਲ ਲੈਣ। ਖੈਰ ਖੱਟਣ ਦੀ ਆਸ ਤਾਂ ਬੀਜੇਪੀ ਨੂੰ ਵੀ ਵੱਜੀ ਹੈ, ਕਿਉਂਕਿ ਜਿਹੋ ਜਿਹਾ ਪੰਜਾਬ ਕਾਂਗਰਸ ਵਿੱਚ ਕਲੇਸ਼ ਛਿੜਿਆ, ਉਹ ਤੋਂ ਭਾਜਪਾ ਵਾਲੇ ਚੁੱਪ ਕੀਤੇ ਖੁਸ਼ ਤਾਂ ਹੋ ਰਹੇ ਨੇ। ਲੋਕਾਂ ਨੂੰ ਕੀ ਆਖੋਗੇ? ਆਖਰੀ ਸਵਾਲ, ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਹੁਤ ਬੱਚੇ ਤੁਹਾਡੇ ਕੋਲੇ ਪੜ੍ਹ ਅੱਗੇ ਗਏ ਨੇ, ਤੁਹਾਡੇ ਨਾਲ ਬਹੁਤ ਲੋਕ ਜੁੜੇ ਹੋਏ ਨੇ, ਤੁਹਾਡੇ ਵੱਲ ਦੇਖਦੇ ਨੇ ਤੇ ਤੁਹਾਡੀ ਗੱਲ ਦਾ ਸਤਿਕਾਰ ਵੀ ਕਰਦੇ ਨੇ। ਕੀ ਆਖੋਗੇ ਪੰਜਾਬ ਦੇ ਲੋਕਾਂ ਨੂੰ? ਬਸ ਇਹੀ ਹੈ ਕਿ ਪੰਜਾਬ ਦੇ ਲੋਕੋ, ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਇਹ ਚਿਣਗ ਲਾਤੀ ਹੈਗੀ, ਤੁਸੀਂ ਇਸ ਨੂੰ ਕੰਟੀਨਿਊ ਕਰੋ। ਇਹ ਮੰਨ ਕੇ ਚੱਲੋ ਕਿਸਾਨ ਇਕੱਲੇ ਖੇਤੀ ਦੀ ਲੜਾਈ ਨਹੀਂ ਲੜ ਰਹੇ, ਉਹ ਮੱਧ ਵਰਗੀ ਵਪਾਰੀ ਦੀ ਲੜਾਈ ਵੀ ਲੜ ਰਹੇ ਆ, ਨੌਕਰੀ ਪੇਸ਼ਾ ਦੀ ਲੜਾਈ ਵੀ ਲੜ ਰਹੇ ਆ, ਕਿਉਂਕਿ ਪੰਜਾਬ ਡੁੱਬ ਰਿਹਾ, ਪੰਜਾਬ ਸਿੰਕ ਹੋ ਰਿਹਾ। ਮੈਂ ਫੇਰ ਦਾਅਵੇ ਨਾਲ ਕਹਿਣਾ, ਮੈਂ ਬਿਲਕੁਲ ਸਟੱਡੀ ਕਰਕੇ ਇਹ ਗੱਲ ਕਹਿਣਾ ਕਿ 2.5 ਲੱਖ ਕਰੋੜ ਰੁਪਇਆ ਪੰਜਾਬ ਦੇ ਸਿਰ ਤੇ ਕਰਜ਼ਾ ਹੈ। ਕੈਗ ਖੁਦ ਮੰਨਦਾ ਹੈ ਕਿ ਇਹ ਪੌਣੇ 4 ਲੱਖ ਕਰੋੜ ਹੋਣ ਜਾ ਰਿਹਾ 25 ਤੱਕ, ਔਰ ਪੌਣੇ 4 ਲੱਖ ਕਰੋੜ ਦਾ ਮਤਲਬ ਹੈ ਕਿ ਪੰਜਾਬ ਕਦੇ ਵੀ ਕਰਜ਼ੇ ਦੇ, ਜਿਹਨੂੰ ਡੈਟ ਟਰੈਪ ਕਹਿੰਦੇ ਆ, ਉਸ ਚੋਂ ਕਦੇ ਨਹੀਂ ਨਿਕਲ ਪਾਊਗਾ ਡੈਟ ਟਰੈਪ ਦੇ ਵਿੱਚੋਂ। ਤੇ ਹੁਣ ਪੰਜਾਬ ਫਿਰ ਲੋਕੋ, ਜਦੋਂ ਇੱਕ ਸਟੇਜ ਇਹੋ ਜਿਹੀ ਆ ਗਈ ਕਿ ਜਿੰਨਾ ਰੈਵਨਿਊ ਆ ਰਿਹਾ ਉਹਨਾਂ ਸਾਰੇ ਦਾ ਸਾਰਾ ਰੈਵਨਿਊ ਤੁਸੀਂ ਕਰਜ਼ਾ ਹੀ ਪੇ ਕਰ ਰਹੇ ਹੋ, ਆਮ ਬੰਦੇ ਖੁਦਕੁਸ਼ੀ ਕਰ ਜਾਂਦੇ ਨੇ, ਸਮਝੋ ਪੰਜਾਬ ਵੀ ਖੁਦਕੁਸ਼ੀ ਕਰ ਗਿਆ, ਫਿਰ ਤਾਂ ਪੰਜਾਬ ਵੀ ਮਰ ਗਿਆ। ਸੋ ਤੁਸੀਂ ਥੋੜ੍ਹਾ ਬਹੁਤਾ ਪਾਰਟੀਆਂ ਨੂੰ ਠੋਕ ਕੇ ਨਾ ਕਰਨੀ ਸਿੱਖੋ। ਜਦੋਂ ਸਕੀਮਾਂ ਲੈ ਕੇ ਆਉਂਦੇ ਨੇ ਉਹਨੂੰ ਮਨਾ ਕਰ ਦਿਓ ਕਿ ਸਾਨੂੰ ਕੋਈ ਸਕੀਮ ਨਹੀਂ ਚਾਹੀਦੀ, ਸਾਨੂੰ ਕੁਝ ਫਰੀ ਨਹੀਂ ਚਾਹੀਦਾ। ਠੀਕ ਹੈ, ਤੁਸੀਂ ਚੀਜ਼ ਨੂੰ ਮਹਿੰਗੇ ਭਾਅ ਲੈਣੀ ਬੰਦ ਕਰੋ, ਤੁਸੀਂ ਆਪ ਖਾਣਾ ਬੰਦ ਕਰੋ, ਔਰ ਜਿਹੜੀ ਮਾਈਨਿੰਗ ਦਾ ਜਿੰਨਾ ਪੈਸਾ ਹੈਗਾ ਉਹ ਲੀਡਰਾਂ ਦੀ ਜੇਬ 'ਚ ਜਾ ਰਿਹਾ ਹੈਗਾ, ਉਹਦੀ ਬਜਾਏ ਉਹ ਪੰਜਾਬ ਸਰਕਾਰ ਨੂੰ ਜਾਵੇ। ਠੀਕ ਹੈ, ਪ੍ਰਾਈਵੇਟ ਸੈਕਟਰ ਜਿਹੜਾ ਪਬਲਿਕ ਸੈਕਟਰ ਹੈ, ਐਜੂਕੇਸ਼ਨ ਦਾ ਖਾਸ ਤੌਰ 'ਤੇ ਬੁਰਾ ਹਾਲ ਕੀਤਾ ਹੋਇਆ, ਤੁਸੀਂ ਉਹਦੇ ਲਈ ਆਵਾਜ਼ ਚੁੱਕਣੀ ਸ਼ੁਰੂ ਕਰੋਗੇ, ਪੰਜਾਬ ਤਾਂ ਬਚੂਗਾ। ਇਹ ਲੀਡਰ ਪੰਜਾਬ ਨੂੰ ਨਹੀਂ ਬਚਾ ਸਕਦੇ, ਲੋਕ ਹੀ ਪੰਜਾਬ ਨੂੰ ਬਚਾ ਸਕਦੇ ਆ, ਤੇ ਉਹਨਾਂ ਨੂੰ ਹੁਣ ਆਵਾਜ਼ਾਂ ਚੁੱਕਣੀਆਂ ਚਾਹੀਦੀਆਂ ਹਰ ਪਲੇਟਫਾਰਮ ਤੋਂ। ਔਰ ਰੱਬ ਦੇ ਵਾਸਤੇ ਤੁਸੀਂ ਹਿੰਦੂ ਸਿੱਖ ਆਪਸ ਦੇ ਵਿੱਚ ਤੇ ਆ ਦਲਿਤ ਵਾਲਾ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਬੰਦ ਕਰੋ, ਬਹੁਤ ਹੋ ਗਈਆਂ। ਕੋਈ ਨਹੀਂ ਹੈਗਾ ਸਾਰਿਆਂ ਦੀ, ਤੁਸੀਂ ਇੱਦਾਂ ਮੰਨ ਕੇ ਚੱਲੋ ਸਾਰੇ ਵਿਕੇ ਬੈਠੇ ਹੋ, ਤੁਸੀਂ ਭਾਵੇਂ ਸਿੱਖ ਹੋ, ਭਾਵੇਂ ਹਿੰਦੂ ਹੋ, ਭਾਵੇਂ ਦਲਿਤ ਹੋ, ਤੁਹਾਡੀ ਸਾਰਿਆਂ ਦੀ ਐਸੀ ਤੈਸੀ ਅੱਛੇ ਤਰੀਕੇ ਨਾਲ ਪੋਲੀਟੀਕਲ ਸਿਸਟਮ ਕਰ ਚੁੱਕਿਆ। ਤੁਸੀਂ ਪਤਾ ਨਹੀਂ ਕਿਸ ਹੰਕਾਰ ਦੇ ਵਿੱਚ ਗੁਮਾਨ 'ਚ ਤੁਰੇ ਫਿਰਦੇ ਹੋ। ਵਿਕਾਊ ਬੰਦਾ ਕਦੇ ਨਾ ਆਪਣੇ ਧਰਮ ਦਾ ਨਾਰਾ ਮਾਰ ਸਕਦਾ ਹੁੰਦਾ, ਨਾ ਕਦੇ ਉਹ ਆਪਣੀ ਜਾਤ ਦਾ ਨਾਰਾ ਮਾਰ ਸਕਦਾ ਹੁੰਦਾ। ਤੁਹਾਨੂੰ ਪੋਲੀਟੀਕਲ ਸਿਸਟਮ ਵੇਚਣ ਤੇ ਉਤਰਿਆ ਹੋਇਆ। ਤੁਸੀਂ ਆਪਣੇ ਆਪ ਨੂੰ ਬਚਾਓ, ਪੰਜਾਬ ਨੂੰ ਬਚਾਓ, ਮੁੜ ਕੇ ਕੋਈ ਨਹੀਂ, ਫਿਰ ਤੁਸੀਂ ਆਪਣੇ ਧਰਮ ਵੀ ਨਿਭਾ ਲਿਓ, ਜਾਤਾਂ ਵੀ ਨਿਭਾ ਲਿਓ, ਤੁਹਾਡੇ ਕੋਲ ਖੋਈਆਂ ਥੋੜ੍ਹੀ ਜਾਣੀਆਂ ਨੇ, ਇੱਥੇ ਹੀ ਰਹਿਣੀਆਂ ਨੇ। ਤੁਹਾਡੀ ਸ਼ਰਧਾ ਦਾ ਮਾਮਲਾ, ਤੁਹਾਡੇ ਵਿਸ਼ਵਾਸ ਦਾ ਮਾਮਲਾ। ਸੋ ਮੈਨੂੰ ਲੱਗਦਾ ਕਿ ਆਪਸੀ ਲੜਾਈ ਛੱਡ ਕੇ ਇੱਕ ਵਾਰੀ ਸਾਨੂੰ ਪੰਜਾਬ ਹੋ ਜਾਣਾ ਚਾਹੀਦਾ, ਸਾਨੂੰ ਪੰਜਾਬ ਲਈ ਬੋਲਣਾ ਚਾਹੀਦਾ। ਸੋ ਹਲਦੀ ਘੜੀ ਪੰਜਾਬ ਦੇ ਲੋਕ ਹੀ ਇਹਦਾ ਕੋਈ ਸੁਧਾਰ ਕਰ ਸਕਦੇ ਨੇ। ਸਿਆਸੀ ਪਾਰਟੀਆਂ ਨੂੰ ਸਵਾਲ ਕਰਕੇ, ਸਿਆਸੀ ਪਾਰਟੀਆਂ ਦੇ ਗਲ ਵਿੱਚ
ਰੱਸਾ ਪਾ ਕੇ ਘੜੀਸ ਕੇ ਜਾਂ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਕਿ ਉਹ ਲੋਕ ਸ਼ਕਤੀ ਹੀ ਕੁਝ ਕਰ ਸਕਦੀ ਹੈ। ਪਾਲੀ ਭੁਪਿੰਦਰ ਸਿੰਘ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਨਵਜੋਤ ਸਿੱਧੂ ਹੋਰਾਂ ਦੇ ਬਹਾਨੇ ਆਪਾਂ ਸਾਰੀ ਪੰਜਾਬ ਦੀ ਸਥਿਤੀ ਦੀ ਗੱਲ ਕੀਤੀ ਹੈ। ਤੁਸੀਂ ਕਰਜ਼ੇ ਦਾ ਬਹੁਤ ਵੱਡਾ ਮਸਲਾ ਉਠਾਇਆ ਤੇ ਤੁਹਾਡਾ ਬਹੁਤ ਸ਼ੁਕਰੀਆ, ਤੇ ਅੱਗੇ ਤੋਂ ਵੀ ਤੁਹਾਡੇ ਨਾਲ ਅਸੀਂ ਰਾਬਤਾ ਰੱਖਦੇ ਰਵਾਂਗੇ ਮੌਕੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਵਿੰਦਰ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਬਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।